ਅੱਜ ਦਾ ਟੌਪਿਕ ਹੈ ਜੀ ਕਿ ਅਸੀਂ ਆਪਣੇ ਪਰਮੇਸ਼ਰ ਜਿਹੜਾ ਸਾਡੇ ਤੋਂ ਪਹਿਲਾਂ ਸਾਡੇ ਵੱਡਿਆਂ ਦਾ ਪਰਮੇਸ਼ਰ ਸੀ ਕਿ ਅਸੀਂ ਉਸ ਨੂੰ ਜਾਣਦੇ ਹਾਂ ਕਿ ਉਹ ਕੌਣ ਹੈ। ਆਓ ਹੁਣ ਅਸੀਂ ਸ਼ੁਰੂ ਕਰਦੇ ਹਾਂ। ਪ੍ਰਭੂ ਯਿਸੂ ਮਸੀਹ ਜੀ ਨੇ ਜਿਹੜਾ ਹੈ ਯਹੋਨਾ ਦੀ ਅੰਜੀਲ 5 ਦੀ 39 ਵਿੱਚ ਤੋਂ ਲਾ ਕੇ 47 ਵਿੱਚ ਆਖਿਆ ਹੈ। ਪ੍ਰਭੂ ਯਿਸੂ ਜੀ ਇਵੇਂ ਆਪਣੇ ਬਚਨਾਂ ਵਿੱਚ ਸਾਨੂੰ ਜਿਹੜਾ ਹੈ ਆਖਦੇ ਹਨ। ਪ੍ਰਭੂ ਯਿਸੂ ਜੀ ਆਖਦੇ ਹਨ ਕਿ ਜਿਹੜਾ ਹੈ ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂ ਜੋ ਤੁਸੀਂ ਸਮਝਦੇ ਹੋ ਭਈ ਅਸੀਂ ਇਹਨਾਂ ਲਿਖਤਾਂ ਵਿੱਚ ਭਈ ਸਾਨੂੰ ਇਹਨਾਂ ਲਿਖਤਾਂ ਵਿੱਚ ਸਦੀਵਕ ਜੀਵਨ ਮਿਲਦਾ ਹੈ। ਪ੍ਰਭੂ ਯਿਸੂ ਜੀ ਆਖਦੇ ਹਨ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਹਨ ਸੋ ਇਹੋ ਨਬੀ ਹਨ, ਇਹੋ ਲਿਖਤਾਂ ਹਨ। ਜੇ ਅੱਗੇ ਫਿਰ ਆਖਦੇ ਹਨ ਕਿ ਜੇ ਤੁਸੀਂ ਮੂਸਾ ਦੀ ਪ੍ਰਤੀਤ ਕਰਦੇ ਅਤੇ ਮੇਰੀ ਵੀ ਪ੍ਰਤੀਤ ਕਰਦੇ ਕਿਉਂ ਜੋ ਮੂਸਾ ਨੇ ਮੇਰੇ ਹੀ ਹੱਕ ਵਿੱਚ ਲਿਖਿਆ ਸੀ। ਇਸ ਲਈ ਸਾਨੂੰ ਹੁਣ ਨਬੀਆਂ ਅਤੇ ਜਿਹੜਾ ਹੈ ਮੂਸਾ ਦੀ ਅੰਜੀਲ ਅਤੇ ਜ਼ਬੂਰਾਂ ਵਿੱਚ ਜਾਣ ਦੀ ਲੋੜ ਹੈ। ਸਾਨੂੰ ਉਹ ਬਚਨ ਜਾਣਨ ਦੀ ਲੋੜ ਹੈ, ਸਿੱਖਣ ਦੀ ਲੋੜ ਹੈ। ਇਸ ਲਈ ਆਓ ਅਸੀਂ ਅੱਗੇ ਵਧਦੇ ਹੋਏ ਜਾਣਾਂਗੇ ਇਹਨਾਂ ਬਚਨਾਂ ਦੇ ਵਿੱਚੋਂ ਪ੍ਰਭੂ ਯਿਸੂ ਦੇ ਨਾਮ ਬਾਰੇ। ਫਿਰ ਅਸੀਂ ਹੋਰ ਇਸ ਵਿੱਚੋਂ ਸਿੱਖਾਂਗੇ ਕਿ ਜਿਹੜੇ ਨਬੀ ਆ ਉਹ ਜਿਹੜੇ ਹੈ ਕੌਣ ਦੱਸਦੇ ਹਨ ਕਿ ਕੌਣ ਸਾਡਾ ਵੱਡਿਆਂ ਦਾ ਅਤੇ ਸਾਡਾ ਪਰਮੇਸ਼ਰ ਹੈ। ਇਸ ਲਈ ਆਓ ਅਸੀਂ ਸ਼ੁਰੂ ਕਰਾਂਗੇ ਮੂਸਾ ਤੋਂ। ਜਿਵੇਂ ਪ੍ਰਭੂ ਯਿਸੂ ਨੇ ਕਿਹਾ ਹੈ ਕਿ ਮੂਸਾ ਨੇ ਮੇਰੇ ਹੀ ਹੱਕ ਵਿੱਚ ਲਿਖਿਆ ਹੈ। ਨਬੀਆਂ ਨੇ ਸਾਰਿਆਂ ਦੇ ਉਹਨਾਂ ਦੀਆਂ ਲਿਖਤਾਂ ਉਹਨਾਂ ਵਿੱਚ ਮੇਰੇ ਹੀ ਬਾਰੇ ਵਿੱਚ ਲਿਖਿਆ ਹੈ, ਜਿਹੜਾ ਕਿ ਇਹ ਬਚਨ ਅਸੀਂ ਯਹੋਨਾ ਦੀ ਅੰਜੀਲ 5 ਦੀ 39 ਤੋਂ 47 ਵਿੱਚ ਪੜ੍ਹ ਸਕਦੇ ਹਾਂ। ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਕਿ ਜੋ ਮੂਸਾ ਹੈ ਨਬੀ ਉਹ ਕੀ ਲਿਖਦਾ ਹੈ। ਮੂਸਾ ਨਬੀ ਸਭ ਤੋਂ ਪਹਿਲਾਂ ਵਿਵਸਥਾ ਸਾਰ ਵਿੱਚ ਬਿਆਨ ਕਰਦਾ ਹੈ। ਵਿਵਸਥਾ ਸਾਰ 4 ਦੀ 35 ਤੋਂ 39 ਵਿੱਚ ਬਿਆਨ ਕਰਦਾ ਹੈ ਕਿ ਯਹੋਵਾ ਉਹੀ ਪਰਮੇਸ਼ਰ ਹੈ ਜਿਹਦੇ ਬਿਨਾਂ ਹੋਰ ਕੋਈ ਹੈ ਹੀ ਨਹੀਂ। ਇੱਥੇ ਦੱਸਦਾ ਹੈ ਕਿ ਯਹੋਵਾ ਹੀ ਪਰਮੇਸ਼ਰ ਹੈ। ਯਹੋਵਾ ਨੇ ਕਿਹਾ ਜੋ ਕੋਈ ਮੈਨੂੰ ਕੋਈ ਆਪਣੇ ਬਲ ਉੱਤੇ ਮਾਣ ਨਾ ਕਰੇ, ਕੋਈ ਧਨ ਉੱਤੇ ਮਾਣ ਨਾ ਕਰੇ, ਕੋਈ ਬੁੱਧ ਉੱਤੇ ਮਾਣ ਨਾ ਕਰੇ, ਸਗੋਂ ਇਸ ਉੱਤੇ ਮਾਣ ਕਰੇ ਕਿ ਉਹ ਮੈਨੂੰ ਜਾਣਦਾ ਅਤੇ ਸਮਝਦਾ ਹੈ ਕਿ ਮੈਂ ਧਰਤੀ ਉੱਤੇ ਇਨਸਾਫ ਅਤੇ ਦਇਆ ਦੇ ਕੰਮ ਕਰਦਾ ਹਾਂ। ਸੋ ਮੂਸਾ ਲਿਖਦਾ ਹੈ ਕਿ ਯਹੋਵਾ ਉਹੀ ਪਰਮੇਸ਼ਰ ਜਿਹਦੇ ਬਿਨਾਂ ਹੋਰ ਕੋਈ ਹੈ ਹੀ ਨਹੀਂ। ਯਹੋਵਾ ਨੇ ਤੁਹਾਡੇ ਪਿਓ ਦਾਦਾ ਨਾਲ ਕੀ ਹੈ ਪਿਆਰ ਰੱਖਿਆ ਤੇ ਯਹੋਵਾ ਨੇ ਉਹਨਾਂ ਦੇ ਮਗਰੋਂ ਜਿਹੜੇ ਹੈ ਸਾਨੂੰ ਮਤਲਬ ਜਿਹੜੀ ਉਸ ਟਾਈਮ ਦੀ ਅੰਸ ਹੈ ਉਹਨਾਂ ਨੂੰ ਚੁਣਿਆ ਅਤੇ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਂਦਾ। ਇਸ ਲਈ ਇਸ ਦਿਨ ਨੂੰ ਜਾਣੋ ਅਤੇ ਆਪਣੇ ਹਿਰਦਿਆਂ ਵਿੱਚ ਰੱਖੋ ਕਿ ਯਹੋਵਾ ਹੀ ਉੱਤੇ ਆਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਪਰਮੇਸ਼ਰ ਹੈ, ਹੋਰ ਕੋਈ ਹੈ ਹੀ ਨਹੀਂ। ਇਹ ਬਚਨ ਯਹੋਵਾ ਦੇ ਬਾਰੇ ਵਿੱਚ ਮੂਸਾ ਨਬੀ ਲਿਖਦਾ ਹੈ। ਕਿਉਂਕਿ ਜੇ ਤੁਸੀਂ ਆਪਾਂ ਪਤਰਸ ਦੀ ਗਵਾਹੀ ਪੜ੍ਹੀਏ, ਪਹਿਲੇ ਪਤਰਸ ਉਹਦੇ ਪਹਿਲੇ ਚੈਪਟਰ ਦੀ 10 ਤੋਂ 12 ਵਿੱਚ ਵੇਖੀਏ ਤਾਂ ਪਤਰਸ ਰਸੂਲ ਬਿਆਨ ਕਰਦਾ ਹੈ ਕਿ ਇਹ ਮੁਕਤੀ ਜਿਹੜੀ ਪਰਮੇਸ਼ਰ ਜੀ ਸਾਡੇ ਲਈ ਲੈ ਕੇ ਆਏ, ਜਿਹਦੀ ਖਾਤਰ ਉਹਨਾਂ ਨੇ ਆਪਣਾ ਆਸਮਾਨੀ ਤੱਕ ਆਪਣੇ ਸੁਰਗ ਨੂੰ ਛੱਡਿਆ ਤੇ ਧਰਤੀ ਉੱਤੇ ਇਨਸਾਨ ਬਣ ਕੇ ਪਵਿੱਤਰ ਪੁਰਖ ਬਣ ਕੇ ਆ ਗਏ ਤਾਂ ਜੋ ਸਾਡੇ ਪਾਪਾਂ ਦਾ ਮੁੱਲ ਆਪਣੇ ਪਵਿੱਤਰ ਖੂਨ ਨਾਲ ਭਰ ਕੇ ਸਾਨੂੰ ਪਾਪਾਂ ਤੋਂ ਸਾਡਿਆਂ ਤੋਂ ਜਿਹੜਾ ਸਾਡੇ ਆਦਮ ਅਤੇ ਹਵਾ ਮਾਂ ਬਾਪ ਨੇ ਕੀਤਾ ਸੀ ਉਸ ਤੋਂ ਅਸੀਂ ਛੁਟਕਾਰਾ ਪਾ ਸਕੀਏ। ਸੋ ਆਪਣਾ ਮੂਸਾ ਲਿਖਦਾ ਹੈ ਕਿ ਇਸ ਦਿਨ ਨੂੰ ਜਾਣੋ ਅਤੇ ਹਿਰਦਿਆਂ ਵਿੱਚ ਰੱਖੋ ਭਈ ਯਹੋਵਾ ਹੀ ਉੱਤੇ ਆਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਪਰਮੇਸ਼ਰ ਹੈ, ਹੋਰ ਕੋਈ ਹੈ ਹੀ ਨਹੀਂ। ਇਸਰਾਇਲ ਦਾ ਮਤਲਬ ਹੈ ਸ਼ੁੱਧ ਮਨ ਲੋਕੋ, ਖਾਲਸ ਲੋਕੋ। ਸੁਣੋ, ਯਹੋਵਾ ਸਾਡਾ ਪਰਮੇਸ਼ਰ ਇੱਕੋ ਯਹੋਵਾ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨੂੰ
ਆਪਣੀ ਸਾਰੇ ਦਿਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਬੁੱਧ ਅਤੇ ਆਪਣੀ ਸ਼ਕਤੀ ਨਾਲ ਪਿਆਰ ਕਰੋ। ਤੁਸੀਂ ਉਹਨੂੰ ਭੁੱਲ ਨਹੀਂ ਜਾਣਾ, ਕਿਉਂਕਿ ਉਹ ਤੁਹਾਨੂੰ ਮਿਸਰ ਦੀ ਗੁਲਾਮੀ ਵਿੱਚੋਂ ਕੱਢ ਕੇ ਲਿਆਇਆ ਹੈ। ਠੀਕ ਆ, ਕਿਉਂਕਿ ਉਹਨੇ ਪਹਿਲਾਂ ਉਤਪਤ 15 ਚੈਪਟਰ ਉਹਦੀ 13 ਤੋਂ 21 ਚ ਵਾਅਦਾ ਕੀਤਾ ਸੀ ਕਿਹਦੇ ਨਾਲ? ਅਬਰਾਹਮ ਦੇ ਨਾਲ, ਕਿ ਮੈਂ ਤੁਹਾਡੇ ਜਿਹੜੇ ਤੇਰੀ ਔਲਾਦ ਹੈ ਉਹ ਇੱਕ ਦੇਸ਼ ਵਿੱਚ ਚਲੇ ਜਿਹੜਾ ਉਹਨਾਂ ਦਾ ਨਹੀਂ, ਉੱਥੇ ਉਹ ਗੁਲਾਮ ਬਣ ਕੇ ਰਹਿਣਗੇ, ਦੁੱਖ ਸਹਿਣਗੇ, ਤੇ ਫਿਰ 400 ਵਰ੍ਹਿਆਂ ਬਾਅਦ ਮੈਂ ਉਹਨਾਂ ਨੂੰ ਔਰ ਪਰਜਾ ਦਾ ਇਨਸਾਫ ਵੀ ਕਰਾਂਗਾ ਜਿਹੜੇ ਉਹ ਗੁਲਾਮ ਹੋਣਗੇ, ਅਤੇ ਉਹਨਾਂ ਨੂੰ ਮੈਂ ਉੱਥੋਂ ਕੱਢ ਲਿਆਵਾਂਗਾ। ਸੋ ਇਸ ਲਈ ਪਰਮੇਸ਼ਰ ਯਿਸੂ ਜੀ ਦੇ ਬਾਰੇ ਵਿੱਚ ਇਹ ਲਿਖਿਆ ਹੈ। ਜੇ ਅਸੀਂ ਪੌਲ ਰਸੂਲ ਲਿਖਦਾ ਹੈ ਪਹਿਲੇ ਕੁਰਾਂਤੀਆਂ 10 ਦੀ ਜਿਹੜੀ ਹੈ ਕਿ ਇੱਕ ਐਤ ਤੋਂ ਅਸੀਂ ਸ਼ੁਰੂ ਕਰਾਂਗੇ। ਉੱਥੇ ਲਿਖਦਾ ਹੈ ਕਿ ਮਿਸਰ ਵਿੱਚੋਂ ਨਿਕਲਣ ਦੇ ਸਮੇਂ ਸਾਡੇ ਸਭਨਾਂ ਵੱਡਿਆਂ ਨੇ ਕੀ ਹੈ? ਇੱਕੋ ਹੀ ਆਤਮਿਕ ਭੋਜਨ ਖਾਧਾ ਤੇ ਇੱਕੋ ਹੀ ਆਤਮਿਕ ਜਲ ਪੀਤਾ। ਉਹਨਾਂ ਨੇ ਉਸ ਆਤਮਿਕ ਪੱਥਰ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਸਾਥ ਸਾਥ ਚੱਲਦਾ ਸੀ, ਅਤੇ ਉਹ ਜਿਹੜਾ ਹੈ ਪੱਥਰ ਉਹ ਕੌਣ ਸੀ? ਮਸੀਹ ਹੈ ਸੀ। ਸੋ ਮਸੀਹ ਸ਼ੁਰੂ ਤੋਂ ਹੈ। ਠੀਕ ਹੈ, ਜਦੋਂ ਲੂਕਾ ਵਿੱਚ ਲਿਖਿਆ ਹੈ ਕਿ ਦੂਤ ਗਵਾਹੀ ਦਿੰਦੇ ਨੇ ਕਿ ਜੇ ਅਸੀਂ ਲੂਕਾ ਦੀ 8 ਤੋਂ ਜਿਹੜਾ ਹੈ 21 ਤੱਕ ਪੜਾਂਗੇ, ਉੱਥੇ ਲਿਖਿਆ ਜਿਹੜਾ ਦੂਤ ਹੈ ਉਹ ਆਉਂਦਾ ਹੈ ਔਰ ਉਹ ਆਜੜੀ ਜਿਹੜੇ ਚੁਰਾਏ ਉਹਨਾਂ ਨੂੰ ਦਰਸ਼ਨ ਦਿੰਦਾ ਰਾਤ ਦੇ ਵੇਲੇ, ਤੇ ਆਖਦਾ ਕਿ ਵੇਖੋ ਅੱਜ ਮੈਂ ਤੁਹਾਨੂੰ ਇੱਕ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਲਈ ਸਭਨਾਂ ਲੋਕਾਂ ਲਈ ਹੋਵੇਗੀ, ਜੋ ਅੱਜ ਸਾਡੇ ਲਈ ਇੱਕ ਮੁਕਤੀ ਦਾਤਾ ਦਾਊਦ ਦੇ ਨਗਰ ਵਿੱਚ ਪੈਦਾ ਹੋਇਆ ਹੈ, ਜਿਹੜਾ ਮਸੀਹ ਪ੍ਰਭੂ ਹੈ। ਕੌਣ ਹੈ ਸਾਡਾ ਇੱਕ ਮੁਕਤੀ ਦਾਤਾ? ਮਸੀਹ ਪ੍ਰਭੂ ਹੈ। ਅੱਗੇ ਲਿਖਿਆ ਹੈ, ਜੇ ਅਸੀਂ 21 ਐਤ ਪੜ੍ਹੀਏ ਲੂਕਾ 2 ਚੈਪਟਰ 2 ਦੀ 21 ਤੋਂ ਉੱਥੇ ਲਿਖਿਆ ਕਿ ਉਹਦਾ ਨਾਮ ਕੀ ਹੈ? ਜਦੋਂ ਉਹਨਾਂ ਦੇ ਸਰਕਮਸੀਜ਼ਨ ਦਾ ਵੇਲਾ, ਸੰਤਾਂ ਦਾ ਵੇਲਾ ਆਇਆ, ਤੇ ਉਸ ਦਿਨ ਮਸੀਹ ਪ੍ਰਭੂ ਦਾ ਨਾਮ, ਦੇਹਧਾਰੀ ਪਵਿੱਤਰ ਪੁਰਖ ਦਾ ਨਾਮ ਜਿਹੜਾ ਹੈ, ਜਿਹੜਾ ਸਾਡਾ ਇੱਕ ਮੁਕਤੀ ਦਾਤਾ ਪੈਦਾ, ਉਹਦਾ ਨਾਮ ਯਿਸੂ ਰੱਖਿਆ ਗਿਆ। ਸੋ ਇਹ ਹੈ ਸ਼ੁਰੂਆਤ ਵਿੱਚ ਜਦੋਂ ਪ੍ਰਭੂ ਯਿਸੂ ਆਉਂਦੇ ਹਨ, ਤੇ ਪ੍ਰਭੂ ਯਿਸੂ ਜੀ ਹੁਣ ਇਸ ਗੱਲ ਨੂੰ ਵਾਰ-ਵਾਰ ਆਖਦੇ ਹਨ ਕਿ ਸਾਰੇ ਨਬੀਆਂ ਨੇ ਤੇ ਜ਼ਬੂਰਾਂ ਵਿੱਚ, ਸਾਰੇ ਨਬੀਆਂ ਦੀਆਂ ਪੁਸਤਕਾਂ ਵਿੱਚ, ਜ਼ਬੂਰਾਂ ਵਿੱਚ ਤੇ ਮੂਸਾ ਦੀ ਤੌਰਾਤ ਵਿੱਚ ਸਭ ਕੁਝ, ਅਤੇ ਰਸੂਲਾਂ ਰਾਹੀਂ ਵੀ ਮੇਰੇ ਹੀ ਬਾਰੇ ਵਿੱਚ ਲਿਖਿਆ ਗਿਆ ਹੈ, ਇਸੇ ਮੁਕਤੀ ਬਾਰੇ ਲਿਖਿਆ ਗਿਆ ਹੈ। ਤੇ ਉਹਨਾਂ ਵਿੱਚ ਇਹ ਸਾਰਾ ਵਚਨ ਜਿਹੜਾ ਹੈ ਇੱਕ ਹੀ ਪਰਮੇਸ਼ਰ ਦੇ ਪਵਿੱਤਰ ਆਤਮਾ ਦੁਆਰਾ, ਉਹਦੀ ਪ੍ਰੇਰਨਾ ਦੇ ਦੁਆਰਾ ਲਿਖਿਆ ਗਿਆ, ਜਿਹੜਾ ਵਚਨ ਸਾਡੇ ਜਿਹੜਾ ਸੁਧਾਰਨ ਲਈ, ਧਰਮ ਦੇ ਕੰਮ ਸਿਖਾਉਣ ਲਈ ਅਤੇ ਸਾਡੀ ਸਿੱਖਿਆ ਲਈ, ਤਾਂ ਜੋ ਅਸੀਂ ਜਾ ਸਕੀਏ, ਸਾਡੀ ਕਰੈਕਸ਼ਨ ਲਈ ਹੈਗਾ ਕਿ ਹਰੇਕ ਇਨਸਾਨ ਜਿਹੜਾ ਉਹ ਕਾਬਲ, ਜਿਹੜਾ ਪਰਮੇਸ਼ਰ ਦਾ ਬੰਦਾ ਉਹ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਇਸ ਲਈ ਪਰਮੇਸ਼ਰ ਜੀ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਪੌਲ ਰਸੂਲ ਜਿਹੜਾ ਹੈ, ਤੁਸੀਂ ਜਾਣਦੇ ਹੋ ਕਿ ਇੱਕ ਬਹੁਤ ਬੜਾ ਜ਼ੁਲਮ ਕਰਨ ਵਾਲਾ ਇਨਸਾਨ ਸੀ, ਜਿਹੜਾ ਆਪਣੇ ਪਰਮੇਸ਼ਰ ਜੀ ਨੂੰ ਨਹੀਂ ਜਾਣਦਾ ਸੀ, ਪਰ ਸਿਰਫ ਇੱਕ ਹੀ ਗੱਲ ਜਾਣਦਾ ਸੀ, ਬੜਾ ਅੱਛਾ ਪੁਰਾਣੇ ਨਾਮੇ ਦਾ ਜਿਹੜਾ ਹੈ ਜਾਣਨ ਵਾਲਾ ਸੀ, ਪਰ ਆਪਣੇ ਬਣਾਉਣ ਵਾਲੇ ਪਰਮੇਸ਼ਰ ਤੋਂ ਅਣਜਾਣ ਸੀ। ਇਸ ਲਈ ਉਹ ਬਹੁਤ ਹੀ ਪਾਪ ਦੇ ਕੰਮ ਕਰਦਾ ਸੀ, ਅਤੇ ਪ੍ਰਭੂ ਯਿਸੂ ਜੀ ਦਾ ਨਾਮ ਲੈਣ ਵਾਲੇ ਲੋਕਾਂ ਨੂੰ ਜਿਹੜਾ ਹੈ ਜੇਲ੍ਹਾਂ ਵਿੱਚ ਪਾਉਂਦਾ ਸੀ, ਮਾਰਦਾ ਸੀ, ਅਤੇ ਉਹਨਾਂ ਦੇ ਉੱਤੇ ਬਹੁਤ ਹੋਰ ਵੀ ਕਈ ਤਰ੍ਹਾਂ ਦੇ ਜ਼ੁਲਮ ਕਰਦਾ ਸੀ। ਸੋ ਇੱਕ ਦਿਨ ਪੌਲ ਰਸੂਲ ਜਿਹੜਾ ਹੈ, ਉਹ ਜੇ ਅਸੀਂ ਰਸੂਲਾਂ ਦੇ ਕਿਤਾਬ ਉਹਦਾ 9ਵਾਂ ਚੈਪਟਰ ਦੀ 1 ਤੋਂ 18 ਪੜ੍ਹਾਂਗੇ, ਅਤੇ ਇਸੇ ਤਰ੍ਹਾਂ ਹੀ ਰਸੂਲਾਂ ਕਿਤਾਬ 22:1-16 ਵਿੱਚ ਪੜ੍ਹਾਂਗੇ, ਤਾਂ ਪੌਲ ਰਸੂਲ ਦਾ ਬਿਆਨ ਇਸ ਤਰ੍ਹਾਂ ਹੈ। ਲਿਖਿਆ ਹੈ ਕਿ ਪੌਲ ਰਸੂਲ ਜਿਹੜਾ ਆਪਣੀ ਮਾਂ ਦੀ ਕੁੱਖ ਤੋਂ ਚੁਣਿਆ ਹੋਇਆ ਸੀ,
ਨਿਰਦੋਸ਼ ਸੀ, ਸ਼ਰ੍ਹਾ ਤੋਂ ਨਿਰਦੋਸ਼, ਕਿਉਂਕਿ ਸ਼ਰ੍ਹਾ ਨੂੰ ਤਾਂ ਮੰਨਦਾ ਸੀ। ਪੁਰਾਣਾ ਨਵਾਂ ਉਹਦੇ ਵਿੱਚ ਸ਼ਰ੍ਹਾ ਹੀ ਵਾਰ-ਵਾਰ ਦਿੱਤੀ ਗਈ, ਮੂਸਾ ਦੁਆਰਾ, ਨਬੀਆਂ ਦੁਆਰਾ ਸ਼ਰ੍ਹਾ ਜਿਹੜੀਆਂ ਲਿਖਤਾਂ ਜਿਹੜੀਆਂ ਹੈ ਦਿੱਤੀਆਂ ਗਈਆਂ, ਤੇ ਉਹ ਸ਼ਰ੍ਹਾ ਤੋਂ ਨਿਰਦੋਸ਼ ਸੀ ਤੇ ਫਰੀਸੀ ਵਿਦਵਾਨ ਵੀ ਸੀ ਅਤੇ ਯਹੋਵਾ ਪਰਮੇਸ਼ਰ ਦਾ ਅਣਖੀ ਗਵਾਹ ਵੀ ਸੀ। ਪਰ ਯਿਸੂ ਜੀ ਦੇ ਧਰਮ ਅਤੇ ਸੱਚਾਈ ਤੋਂ ਅਣਜਾਣ ਹੋਣ ਕਰਕੇ ਆਪਣੇ ਧਰਮ ਨੂੰ ਅਤੇ ਆਪਣੇ ਗਿਆਨ ਨੂੰ ਆਪਣੇ ਗਿਆਨ ਵਿੱਚ ਅੱਤ ਸਦਾਈ ਹੋ ਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਲੈਣ ਵਾਲਿਆਂ ਲੋਕਾਂ ਨੂੰ ਦਿਨ ਰਾਤ ਸਤਾਉਣ ਵਿੱਚ ਲੱਗਾ ਰਹਿੰਦਾ ਸੀ। ਇੱਕ ਦਿਨ ਪੌਲ ਰਸੂਲ ਜਿਹੜਾ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਲੋਕਾਂ ਨੂੰ ਕਤਲ ਕਰਨ ਦਾ ਦਮ ਮਾਰਦਾ ਹੋਇਆ ਦਮਸ਼ਕ ਸ਼ਹਿਰ ਦੇ ਨੇੜੇ ਟੁਕਿਆ ਤੇ ਅਚਾਨਕ ਇੱਕ ਜੋਤ ਉਹਦੇ 'ਚ ਫਿਰ ਚਮਕੀ ਅਤੇ ਉਹ ਜ਼ਮੀਨ ਉੱਤੇ ਡਿੱਗ ਪਿਆ ਤੇ ਇੱਕ ਆਵਾਜ਼ ਸੁਣੀ ਜੋ ਉਸ ਨੂੰ ਕਹਿੰਦੀ ਸੀ, ਹੇ ਸੌਲਸ ਤੂੰ ਮੈਨੂੰ ਕਿਉਂ ਸਤਾਉਂਦਾ ਹੈ। ਸੋ ਸੌਲਸ ਨੇ ਜਾਂ ਪੌਲਸ ਨੇ, ਪਹਿਲਾ ਨਾਮ ਸੌਲਸ ਸੀ, ਹੁਣ ਦਾ ਨਾਮ ਪੌਲਸ ਹੈ ਅਤੇ ਉਸਨੇ ਰਸੂਲਾਈ ਸਿੱਖਿਆ ਪਾਈ, ਇਸ ਲਈ ਰਸੂਲ ਵੀ ਹੈ। ਤੋ ਪੌਲੁਸ ਆਖਦਾ ਹੈ ਕਿ ਪ੍ਰਭੂ ਜੀ ਤੂੰ ਕੌਣ ਹੈ। ਪ੍ਰਭੂ ਨੇ ਉੱਤਰ ਦਿੱਤਾ ਜਾਂ ਕਿਹਾ ਕਿ ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਂਦਾ ਹਾਂ, ਪਰ ਉੱਠ ਅਤੇ ਉਸ ਸ਼ਹਿਰ ਨੂੰ ਜਾ, ਜੋ ਕੁਝ ਤੈਨੂੰ ਕਰਨਾ ਚਾਹੀਦਾ ਉੱਥੇ ਤੈਨੂੰ ਦੱਸਿਆ ਜਾਏਗਾ। ਉਹ ਧਰਤੀ ਤੋਂ ਉੱਠਿਆ ਤੇ ਉਹ ਸ਼ਹਿਰ ਨੂੰ ਆਪਣੇ ਸਾਥੀਆਂ ਦਾ ਹੱਥ ਫੜਦਾ ਗਿਆ ਤੇ 3 ਦਿਨ ਉੱਥੇ ਕੁਝ ਨਹੀਂ ਖਾਧਾ ਪੀਤਾ। ਤਦ ਉਹ ਦਮਸ਼ਕ ਸ਼ਹਿਰ ਵਿੱਚ ਹਨਾਨਾ ਦਾ ਇੱਕ ਚੇਲਾ, ਪ੍ਰਭੂ ਯਿਸੂ ਦਾ ਚੇਲਾ ਸੀ, ਜਿਹੜਾ ਯਹੂਦੀਆਂ ਵਿੱਚ ਨੇਕ ਨਾਮ ਸੀ। ਉਹ ਵੀ ਯਹੂਦੀ ਸੀ ਤੇ ਫਿਰ ਇਕੱਲਾ ਯਹੂਦੀ ਨਹੀਂ ਸੀ, ਨੇਕ ਨਾਮ ਵੀ ਸੀ। ਉਸ ਨੂੰ ਦਰਸ਼ਨ ਦੇ ਕੇ ਪ੍ਰਭੂ ਯਿਸੂ ਜੀ ਨੇ ਉਸ ਨੂੰ ਦਰਸ਼ਨ ਦੇ ਕੇ ਕਿਹਾ, ਹੇ ਅਨੰਨਿਆ ਉੱਠ ਅਤੇ ਸਿੱਧੀ ਗਲੀ ਵਿੱਚ ਜਾ ਤੇ ਯਹੂਦਾ ਦੇ ਘਰ ਵਿੱਚ ਸੌਲਸ ਨਾਮੇ, ਜਿਹਨੂੰ ਪੌਲਸ ਕਹਿੰਦੇ ਆਪਾਂ, ਤਰਸੁਸ ਦੇ ਰਹਿਣ ਵਾਲੇ ਬਾਰੇ ਪੁੱਛ। ਪਰ ਹਨਨਿਆ ਨੇ, ਦੇਖੋ ਉਹਦੇ ਭਗਤ ਨੇ, ਪਰਮੇਸ਼ਰ ਯਿਸੂ ਦੇ ਭਗਤ ਨੇ ਇਹ ਗੱਲ ਕੀਤੀ ਪ੍ਰਭੂ ਯਿਸੂ ਦੇ ਨਾਲ। ਹਨਨਿਆ ਨੇ ਉੱਤਰ ਦਿੱਤਾ, ਪ੍ਰਭੂ ਜੀ ਮੈਂ ਬਹੁਤ ਲੋਕਾਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ ਕਿ ਇਹ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਕਿੱਡੀ ਬੁਰਾਈ ਕੀਤੀ ਅਤੇ ਹੁਣ ਉਸ ਨੇ ਪ੍ਰਧਾਨ ਜਾਜਕਾਂ ਕੋਲੋਂ ਇਸ ਗੱਲ ਦੀ ਮੁਖਤਿਆਰੀ ਪਾਈ ਭਈ ਇੱਥੇ ਵੀ ਤੇਰੇ ਨਾਮ ਲੈਣ ਵਾਲਿਆਂ, ਤੇ ਕੀ ਨਾਮ ਹੈ ਪ੍ਰਭੂ ਜੀ ਦਾ? ਯਿਸੂ ਦਾ ਨਾਮ ਲੈਣ ਵਾਲਿਆਂ ਸਭਨਾਂ ਨੂੰ ਬੰਨ ਲਵੇ। ਪਰ ਯਿਸੂ ਜੀ ਨੇ ਹਨਨਿਆ ਨੂੰ ਆਖਿਆ, ਆਪਣੇ ਭਗਤ ਨੂੰ ਆਖਿਆ ਕਿ ਤੂੰ ਚਲਾ ਜਾ, ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ। ਅਸਲ ਤਾਂ ਮਾਂ ਦੇ ਪੇਟ ਤੋਂ ਚੁਣਿਆ ਹੋਇਆ, ਪਰ ਅਣਜਾਣੇ ਵਿੱਚ ਆਪਣੇ ਧਰਮ ਅਤੇ ਆਪਣੇ ਜਿਹੜਾ ਹੈ ਗਿਆਨ ਵਿੱਚ ਅੱਤ ਸਦਾਈ ਹੋਇਆ ਪ੍ਰਭੂ ਯਿਸੂ ਮਸੀਹ ਨੂੰ ਯਹੋਵਾ ਕਹਿਣ ਵਾਲਿਆਂ ਨੂੰ ਜਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰਕੇ ਔਰ ਇਸ ਬਾਣੀ ਨੂੰ ਜਿਹੜੀ ਹੈ ਮੰਨਣ ਵਾਲਿਆਂ ਨੂੰ ਬਹੁਤ ਦੁਖੀ ਕਰਦਾ ਸੀ, ਜੇਲ੍ਹਾਂ 'ਚ ਪਾਉਂਦਾ ਤੇ ਮਾਰਦਾ ਸੀ। ਤੇ ਤੂੰ ਚਲਿਆ ਜਾ। ਹੁਣ ਉਹਨੂੰ ਹਨਨਿਆ ਨੇ ਕਿਹਾ ਤੂੰ ਚੱਲ, ਇਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ, ਰਾਜਿਆਂ ਅਤੇ ਇਸਰਾਇਲ ਦੇ ਅੰਸ਼ ਦੇ ਅੱਗੇ ਮੇਰਾ ਨਾਮ ਪਹੁੰਚਾਵੇ, ਕਿਉਂਕਿ ਮੈਂ ਉਹਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁਝ ਕਰਨਾ ਪਏਗਾ। ਤਦ ਹਨਨਿਆ ਚਲਿਆ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ ਅਤੇ ਪੌਲਸ ਉੱਤੇ ਹੱਥ ਰੱਖ ਕੇ ਬੋਲਿਆ, ਹੇ ਭਾਈ ਸੌਲਸ ਜਾਂ ਪੌਲ, ਪ੍ਰਭੂ ਅਰਥਾਤ ਯਿਸੂ ਨੇ ਤੈਨੂੰ ਜਿਹੜਾ ਉਸ ਰਾਹ ਵਿੱਚ ਮਿਲਿਆ, ਉਹਨੇ ਮੈਨੂੰ ਘੱਲਿਆ। ਜਿਨ ਤੈਨੂੰ ਵਿਖਾਈ ਦਿੱਤਾ ਉਸ ਰਾਹ ਵਿੱਚ, ਉਹਨੇ ਮੈਨੂੰ ਕੀ ਆ ਘੱਲਿਆ ਭਈ ਤੂੰ ਸਜਾਖਾ ਹੋ ਜਾਏ ਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ। ਤਦ ਉਸਨੇ ਸੌਲਸ ਉੱਤੇ ਹੱਥ ਰੱਖ ਕੇ ਆਖਿਆ ਕਿ ਤੈਨੂੰ ਸਾਡੇ ਵੱਡਿਆਂ ਦੇ ਪਰਮੇਸ਼ਰ ਨੇ ਕਿਨ ਚੁਣਿਆ? ਸਾਡੇ ਵੱਡਿਆਂ ਦੇ ਪਰਮੇਸ਼ਰ ਨੇ। ਕੀ ਨਾਮ ਸੀ ਜੀ? ਕਿਨ ਚੁਣਿਆ ਸੀ? ਕਿਨ ਰਾਹ 'ਚ ਦਿਖਾਈ ਦਿੱਤੀ ਸੀ? ਪ੍ਰਭੂ ਯਿਸੂ ਮਸੀਹ ਨੇ ਦਿੱਤੀ ਸੀ। ਸੋ ਕਹਿਣ ਤੋਂ ਭਾਵ ਤੈਨੂੰ ਸਾਡੇ ਵੱਡਿਆਂ ਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਚੁਣਿਆ। ਤੂੰ ਉਹਦੀ ਮਰਜ਼ੀ ਨੂੰ ਜਾਣੇ ਅਤੇ ਉਸ ਧਰਮ ਨੂੰ ਵੇਖੇ ਤੇ ਉਹਦੇ ਮੂੰਹ ਦੇ ਸ਼ਬਦ ਸੁਣੇ। ਕਿਹਦੇ? ਪ੍ਰਭੂ ਯਿਸੂ ਮਸੀਹ ਦੇ। ਹੁਣ ਤੂੰ ਢਿੱਲ ਕਿਉਂ ਕਰਦਾ ਹੈ? ਉੱਠ ਤੇ ਉਹਦਾ ਨਾਮ ਲੈਂਦੇ ਹੋਏ, ਕਿਹਦਾ? ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹੋਏ ਬਪਤਿਸਮਾ ਲੈ ਤੇ ਆਪਣੇ ਪਾਪ ਧੋ ਸੁੱਟ। ਤਾਂ ਪੌਲ ਰਸੂਲ ਨੇ ਆਪਣੇ ਵੱਡਿਆਂ ਦੇ ਪਰਮੇਸ਼ਰ ਦੇ ਨਾਮ
ਵਿੱਚ ਜਿਹੜਾ ਯਿਸੂ ਮਸੀਹ ਹੈ, ਜਿਹੜਾ ਪਹਿਲੋਂ ਯਹੋਵਾ ਪਰਮੇਸ਼ਰ ਔਰ ਸੈਨਾ ਦਾ ਯਹੋਵਾ ਔਰ ਕਈ ਹੋਰ ਨਾਵਾਂ ਨਾਲ ਜਿਵੇਂ ਲਿਖਿਆ ਹੈ ਕਿ ਚੱਜ ਸਲਾਹੂ ਜੇ ਅਸੀਂ ਜਸ਼ਾਇਆ 9 ਦੀ ਜਸ਼ਾਇਆ 9 ਦੀ 6 ਪੜ੍ਹੀ, ਉੱਤੇ ਲਿਖਿਆ ਹੈ ਕਿ ਸਾਡੇ ਲਈ ਇੱਕ ਬਾਲਕ ਜੰਮਿਆ, ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹਦੇ ਮੋਢਿਆਂ ਉੱਤੇ ਹੋਵੇਗਾ ਔਰ ਰਾਜਾ ਆਵੇਗਾ। ਜਿਵੇਂ ਆਪਾਂ ਮੱਤੀ 2 ਦੀ ਪੜ੍ਹੀਏ ਤੇ ਉੱਤੇ 2 ਦੀ 1 ਤੋਂ 12 ਪੜ੍ਹੀਏ ਕਿ ਅੱਜ ਸਾਡੇ ਲਈ ਉਹ ਜਿਹੜੇ ਆਪਣੇ ਮਜੂਸੀ ਸੀ ਉਹ ਆਏ ਤੇ ਉਹਨਾਂ ਪੁੱਛਿਆ ਕਿ ਜਿਹੜਾ ਰਾਜਾ ਜੰਮਿਆ ਹੈ ਉਸ ਯਰੂਸ਼ਲਮ ਵਿੱਚ ਆ ਕੇ ਰਾਜੇ ਨੂੰ ਪੁੱਛ ਲਿਓ ਕਿੱਥੇ ਅਸੀਂ ਉਹਦਾ ਦਰਸ਼ਨ ਕਰਨਾ ਹੈ। ਹਾਂ, ਸੋ ਉਹ ਰਾਜਾ ਵੀ ਹੈ, ਰਾਜਾ ਹੈ, ਠੀਕ ਹੈ ਜੀ। ਲਿਖਿਆ ਹੈ ਕਿ ਉਹਦੇ ਮੋਢਿਆਂ ਉੱਤੇ ਰਾਜ ਹੋਵੇਗਾ ਅਤੇ ਉਹਦਾ ਨਾਮ ਇਉਂ ਸੱਦੇ ਜਾਏਗਾ। ਸਭ ਤੋਂ ਪਹਿਲਾਂ ਜੱਜ ਸਲਾਉਮੀਨ, ਉਹਨੂੰ ਪਵਿੱਤਰ ਆਤਮਾ ਦਾ ਨਾਮ ਲੈ ਕੇ ਪੁਕਾਰਿਆ ਜਾਵੇਗਾ। ਪਰ ਇਹ ਨਾਮ ਜਿਹੜਾ ਹੈਗਾ ਕਾਮਨ ਨਾਮ ਹੈ, ਜਿੱਦਾਂ ਬਾਪ ਇੱਕ ਕਾਮਨ ਨਾਮ ਹੈ, ਪੁੱਤਰ ਇੱਕ ਕਾਮਨ ਨਾਮ ਹੈ, ਪਵਿੱਤਰ ਆਤਮਾ ਜਾਂ ਆਤਮਾ ਇੱਕ ਕਾਮਨ ਨਾਮ ਹੈ, ਕਿਉਂਕਿ ਇਹਨਾਂ ਦਾ ਇੱਕ ਨਾਮ ਹੈ। ਅਸੀਂ ਜਾਣਨਾ ਹੈ ਕਿ ਉਹ ਨਾਮ ਕਿਹੜਾ ਹੈ ਜੋ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦਾ ਇੱਕ ਨਾਮ ਹੈ, ਜਿਹੜਾ ਸਾਰਿਆਂ ਰਸੂਲਾਂ ਨੇ ਜਾਣਿਆ ਅਤੇ ਫਿਰ ਉਸ ਨਾਮ ਵਿੱਚ ਪਰਮੇਸ਼ਰ ਦੀ ਵਡਿਆਈ ਕੀਤੀ। ਉਸ ਯਿਸੂ ਨਾਮ ਵਿੱਚ ਅੱਜ ਵੀ ਪੌਲ ਰਸੂਲ ਲਿਖਦਾ ਹੈ ਕਿ ਜੇ ਅਸੀਂ ਅਫਸੀਆਂ ਦੀ 5 ਦੀ ਵੀ ਪੜ੍ਹੀ, ਉੱਥੇ ਲਿਖਿਆ ਸਭਨਾਂ ਗੱਲਾਂ ਲਈ ਤੁਸੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਸਦਾ ਯਿਸੂ ਮਸੀਹ ਦੇ ਨਾਮ ਵਿੱਚ ਕਰੋ। ਫਿਰ ਪੌਲ ਰਸੂਲ ਲਿਖਦਾ ਹੈ ਕਿ ਤੁਸੀਂ ਕੀ ਕਰੋ, ਫਿਰ ਉਹ ਲਿਖਦਾ ਕੁਲਸੀਆਂ 3 ਦੀ ਪਹਿਲੋਂ 11 ਚ ਲਿਖਦਾ ਹੈ, ਕਹਿੰਦਾ ਪ੍ਰਭ ਮਸੀਹ ਸਭ ਕੁਝ ਹੈ ਤੇ ਸਭਨਾਂ ਦੇ ਵਿੱਚ ਹੈ। ਫਿਰ ਲਿਖਦਾ ਉਹ ਤੋਂ ਪਹਿਲਾਂ ਉਹਨੇ ਲਿਖਿਆ ਸੀ ਕਿ ਮਸੀਹ ਵਿੱਚ ਜਿਹੜੀ ਆ ਪਰਮੇਸ਼ਰਤਾ ਦੀ ਸਾਰੀ ਭਰਪੂਰੀ ਦੇ ਧਾਰੀ ਹੋ ਕੇ ਵਸਦੀ ਹੈ। ਜਿਵੇਂ ਸਾਡੇ ਲਈ ਇੱਕ ਬਾਲਕ ਜੰਮਿਆ ਗਿਆ, ਉਹ ਬਾਲਕ ਵਿੱਚ ਅਤੇ ਜਿਹੜਾ ਬਖਸ਼ਿਆ ਗਿਆ, ਜਿਹਨੂੰ ਅਸੀਂ ਬਹੁਤ ਵਾਰੀ ਕਹਿੰਦੇ ਕਿ ਪਰਮੇਸ਼ਰ ਨੇ ਸਾਨੂੰ ਇੱਕ ਪੁੱਤਰ, ਪਰਮੇਸ਼ਰ ਨੇ ਜਗਤ ਨਾਲ ਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ। ਕੌਣ ਆ? ਅਸੀਂ ਉਸ ਇਕਲੌਤੇ ਪੁੱਤਰ ਦੇ ਬਾਰੇ ਜਾਣਨਾ ਕਿ ਪੁੱਤਰ ਹੀ ਆ? ਨਹੀਂ, ਬਾਈਬਲ ਦੱਸਦੀ ਹੈ ਕਿ ਸਾਡੇ ਲਈ ਜਿਹੜਾ ਪੁੱਤਰ ਜੰਮਿਆ ਉਹ ਯਸ਼ਾਇਆ 9 ਦੀ 6 ਵਿੱਚ ਪਹਿਲਾਂ ਹੀ ਬਿਆਨ ਕਰ ਦਿੱਤਾ ਸੀ ਪਰਮੇਸ਼ਰ ਨੇ ਕਿ ਸਾਡੇ ਲਈ ਇੱਕ ਬਾਲਕ ਜੰਮਿਆ ਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹਦੇ ਉਹ ਰਾਜ ਆਇਆ ਹੋਵੇਗਾ ਤੇ ਉਹਦਾ ਨਾਮ ਇਹੋ ਸੱਦੇਗਾ। ਉਹਦਾ ਨਾਮ ਕੀ ਹੋਏਗਾ? ਉਸ ਦਾ ਜਿਹੜਾ ਹਾਲੇ ਪੁਰਾਣੇ ਯਾਰਨਾਮੇ ਵਿੱਚ ਪ੍ਰਗਟ ਨਾਮ ਨਹੀਂ ਸੀ ਹੋਇਆ, ਪਰ ਜਾ ਕੇ ਨਾਮ ਤਾਂ ਹੋਇਆ ਜਾ ਕੇ ਨਵੇਂ ਯਾਰਨਾਮੇ ਵਿੱਚ, ਜਿੱਥੇ ਜਿਹੜਾ ਹੈ ਮਤੀ ਯਹੂਨਾ ਰਸੂਲ ਅਸਲੀ ਗਵਾਹੀ ਦਿੰਦਾ ਹੈ ਕਿ ਪਰਮੇਸ਼ਰ ਨੇ ਕਦੇ ਵੀ ਨਹੀਂ ਦੇਖਿਆ, ਕਿਸੇ ਨੇ ਵੀ ਕਦੇ ਵੀ ਪਰਮੇਸ਼ਰ ਨੂੰ ਨਹੀਂ ਦੇਖਿਆ, ਪਰ ਇਕਲੌਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ, ਓਕੇ, ਉਸਨੇ ਉਸਨੂੰ ਪ੍ਰਗਟ ਕੀਤਾ। ਹੁਣ ਅਸੀਂ ਜਾਣਿਆ ਹੈ ਕਿ ਉਹ ਪਰਮੇਸ਼ਰ ਕੌਣ ਹੈ, ਕਿਉਂਕਿ ਲਿਖਿਆ ਜਾਂ ਆਟੇ ਨੇ ਉਹਦੀਆਂ ਸੁੰਤਾਂ ਦੇ ਵੇਲੇ ਉਹਦਾ ਨਾਮ ਯਿਸੂ ਰੱਖਿਆ ਗਿਆ। ਸੋ ਇਸ ਲਈ ਮਿਹਰਬਾਨੀ ਕਰਕੇ ਦੇਖੋ, ਲਿਖਿਆ ਯਸ਼ਾਇਆ 9 ਦੀ 6 ਵਿੱਚ ਕਿ ਸਾਡੇ ਲਈ ਇੱਕ ਬਾਲਕ ਜੰਮਿਆ ਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹਦੇ ਮੋਢਿਆਂ ਉੱਤੇ ਹੋਵੇਗਾ, ਉਹਦਾ ਨਾਮ ਇਉਂ ਸੱਦਿਆ ਜਾਏਗਾ ਚੱਜ ਸਲਾਹੂ। ਉਹ ਕੌਣ ਹੈ? ਚੱਜ ਸਲਾਹੂ ਕੌਣ ਹੈ? ਪਵਿੱਤਰ ਆਤਮਾ ਹੈ ਜਿਹੜਾ ਉਹ ਬਾਲਕ ਆ। ਨੰਬਰ 2 ਤੇ ਉਹ ਸ਼ਕਤੀਮਾਨ ਪਰਮੇਸ਼ਰ ਹੈ। ਨੰਬਰ 3 ਤੇ ਉਹ ਸਦੀਪਕ ਪਿਤਾ, ਹੁਣ ਤੋਂ ਨਹੀਂ ਸ਼ੁਰੂ ਤੋਂ ਉਹ ਪਿਤਾ ਹੈ ਅਤੇ ਉਹ ਸ਼ਾਂਤੀ ਦਾ ਰਾਜਕੁਮਾਰ ਹੈ। ਹੁਣ ਅਸੀਂ ਚੱਲਦੇ ਹਾਂ ਨਵੀਆਂ ਵੱਲ, ਪਹਿਲਾਂ ਸਭ ਤੋਂ ਪਹਿਲਾਂ ਮੂਸਾ ਵੱਲ ਚੱਲਦੇ ਹਾਂ। ਮੂਸਾ ਕਹਿੰਦਾ ਹੈ, ਜੇ ਅਸੀਂ ਵਿਵਸਥਾ ਸਾਰ 32 ਦੀ 3 ਤੋਂ 6 ਪੜਾਂਗੇ ਤਾਂ ਉਸ ਵਿੱਚ ਮੂਸਾ ਦਾ ਇਹ ਬਿਆਨ ਹੈ। ਧਿਆਨ ਨਾਲ ਮਿਹਰਬਾਨੀ ਕਰਕੇ ਸੁਣਨਾ ਹੈ ਤਾਂ ਜੋ ਅਸੀਂ ਪ੍ਰਭੂ ਯਿਸੂ ਜੀ ਦੇ ਬਚਨਾਂ ਵਿੱਚੋਂ ਇਸ ਗੱਲ ਨੂੰ ਜਾਣੀਏ, ਕਿਉਂਕਿ ਉਸਨੇ ਕਿਹਾ ਹੈ ਕਿ ਮੂਸਾ ਨੇ ਮੇਰੇ ਹੀ ਹੱਕ ਬਾਰੇ ਜਾਂ ਮੇਰੇ ਵਿੱਚ ਲਿਖਿਆ ਹੈ। ਸਾਰੇ ਨਬੀਆਂ ਨੇ ਮੇਰੇ ਹੀ, ਸਾਰੀਆਂ ਨਬੀਆਂ ਦੀਆਂ ਲਿਖਤਾਂ ਮੇਰੇ ਹੀ
ਹੱਕ ਵਿੱਚ ਲਿਖੀਆਂ ਹੋਈਆਂ ਹਨ। ਪਰ ਤੁਸੀਂ ਮੇਰੇ ਕੋਲ ਨਹੀਂ ਆਉਣਾ ਚਾਹੁੰਦੇ ਤਾਂ ਜੋ ਸਟੀਫਕ ਜੀਵਨ ਪਾਓ, ਪਰ ਤੁਸੀਂ ਉਹਨਾਂ ਨਬੀਆਂ ਦੀਆਂ ਪੋਥੀਆਂ ਵਿੱਚ ਸਟੀਫਕ ਜੀਵਨ ਨੂੰ ਲੱਭਦੇ ਹੋ। ਇਸ ਲਈ ਆਓ ਅਸੀਂ ਅੱਗੇ ਵਧਦੇ ਹੋਏ ਮੂਸਾ ਵੱਲ ਚੱਲਦੇ ਹਾਂ। ਮੂਸਾ ਕਹਿੰਦਾ ਹੈ ਮੈਂ ਤਾਂ ਕੀ ਹੈ ਯਹੋਵਾ ਦੇ ਨਾਮ ਦਾ ਪ੍ਰਚਾਰ ਕਰਾਂਗਾ। ਯਹੋਵਾ ਦਾ ਇੱਕ ਨਾਮ ਹੈ, ਉਸ ਨਾਮ ਦਾ ਪ੍ਰਚਾਰ ਕਰਾਂ। ਹਾਲੇ ਮੂਸਾ ਉਦੋਂ ਤੋਂ ਜਾਣਦਾ ਨਹੀਂ, ਪਰ ਪੌਲ ਰਸੂਲ ਜੇ ਅਸੀਂ ਪੜ੍ਹੀਏ ਇਬਰਾਨੀਆਂ ਦੀ 11 ਦੀ 24 ਤੋਂ 26 ਵਿੱਚ ਉੱਤੇ ਲਿਖਿਆ ਹੈ, ਧਿਆਨ ਨਾਲ ਸੁਣਨਾ ਜੀ, ਕਿ ਨੇਚਾ ਨਾਲ ਮੂਸਾ ਨੇ ਪਰ ਜਾਂ ਉਹ ਸਿਆਣਾ ਹੋਇਆ ਤਾਂ ਮਿਸਰ ਦੇ ਰਾਜਾ ਫਰੌਨ ਦੀ ਧੀ ਦਾ ਪੁੱਤਰ ਕੌਣ ਤੋਂ ਇਨਕਾਰ ਕੀਤਾ ਅਤੇ ਪਰਮੇਸ਼ਰ ਦੀ ਪਰਜਾ ਨਾਲ ਰਹਿ ਕੇ, ਮੀਨ ਮਸੀਹ ਦੀ ਪਰਜਾ ਨਾਲ ਰਹਿ ਕੇ ਉਸਨੇ ਦੁੱਖ ਸਹਿਣਾ। ਇਸ ਜਿਹੜਾ ਹੈ ਭੋਗ ਪਲਾਸ ਦਾ ਜਿਹੜਾ ਖੁਸ਼ੀ ਦਾ ਜਾਂ ਆਨੰਦ ਦਾ ਟਾਈਮ ਆ ਉਸ ਤੋਂ ਇਨਕਾਰ ਕੀਤਾ ਅਤੇ ਮਸੀਹ ਲਈ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ ਸਮਝਿਆ। ਸੋ ਇਹ ਗੱਲ ਕੌਣ ਲਿਖਦਾ ਹੈ ਜੀ? ਪੌਲ ਰਸੂਲ ਲਿਖਦਾ ਹੈ, ਜਿਹੜਾ ਇੱਕ ਦਿਨ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਣ ਵਾਲੇ ਲੋਕਾਂ ਨੂੰ ਜਾਂ ਪ੍ਰਭੂ ਯਿਸੂ ਮਸੀਹ ਦੇ ਲੋਕਾਂ ਨੂੰ ਮਾਰਦਾ ਸੀ, ਪਰ ਅੱਜ ਉਸ ਉੱਤੇ ਪ੍ਰਭੂ ਯਿਸੂ ਮਸੀਹ ਨੇ ਪ੍ਰਗਟ ਕੀਤਾ ਜਾਂ ਯਹੋਵਾ ਪਰਮੇਸ਼ਰ ਨੇ ਪ੍ਰਗਟ ਕੀਤਾ ਕਿ ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹਾਂ, ਤੇਰੇ ਲਈ ਚੰਗਾ ਨਹੀਂ ਆਦ ਦੀ ਪ੍ਰੈਣ ਉੱਤੇ ਲੱਤ ਮਾਰਨੀ। ਸੋ ਇਸ ਲਈ ਉਸਨੇ ਫਿਰ ਕਿਹਾ ਹੈ ਪ੍ਰਭੂ ਤੂੰ ਕੌਣ ਹੈ? ਤੇ ਪ੍ਰਭੂ ਯਿਸੂ ਨੇ ਕਿਹਾ ਮੈਂ ਯਿਸੂ ਹਾਂ। ਪ੍ਰਭੂ ਨੇ ਕਿਹਾ ਮੈਂ ਕੌਣ ਹਾਂ? ਯਿਸੂ ਹਾਂ। ਠੀਕ ਆ। ਤੇ ਪ੍ਰਭੂ ਯਿਸੂ ਉਸ ਤੋਂ ਬਾਅਦ ਪ੍ਰਭੂ ਯਿਸੂ ਜੀ ਦੇ ਨਾਮ ਵਿੱਚ ਉਹਨੇ ਬਪਤਿਸਮਾ ਲਿਆ ਅਤੇ ਹੋਰਨਾਂ ਲੋਕਾਂ ਨੂੰ ਵੀ ਉਹਨੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਦਿੱਤਾ। ਤੇ ਅੱਗੇ ਉਹ ਲਿਖਦਾ ਕਿ ਹੁਣ ਮੈਂ ਨਾ ਜਿੰਦਾ ਰਿਹਾ। ਬਪਤਿਸਮਾ ਲੈਣ ਤੋਂ ਬਾਅਦ ਉਹ ਇਸ ਗੱਲ ਦੀ ਗਲਾਤੀਆਂ 2 ਦੀ 19 ਤੋਂ 20 ਵਿੱਚ ਲਿਖਦਾ, ਕਹਿੰਦਾ ਹੁਣ ਮੈਂ ਨਹੀਂ ਜਿੰਦਾ ਰਿਹਾ ਕਿਉਂਕਿ ਹੁਣ ਮੈਂ ਤਾਂ ਸਲੀਬ ਦੇ ਉੱਤੇ ਮਸੀਹ ਦੇ ਨਾਲ ਯਿਸੂ ਦੇ ਨਾਲ ਮਰ ਗਿਆ, ਪਰ ਹੁਣ ਤੋਂ ਅਗਲਾ ਜੀਵਨ ਜਿਹੜਾ ਮੇਰਾ ਹੈ ਮੇਰੇ ਵਿੱਚ ਮਸੀਹ ਜਿੰਦਾ ਹੈ। ਇਸੇ ਲਈ ਰੋਮੀਆਂ 8 ਦੀ 9 ਤੋਂ 11 ਜਾਂ 8 ਤੋਂ 10 ਵਿੱਚ ਲਿਖਦਾ ਹੈ ਕਿ ਸਰੀਰਕ ਲੋਕ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦੇ ਕਿਉਂਕਿ ਠੀਕ ਹੈ ਸਰੀਰਕ ਲੋਕ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦੇ, ਪਰ ਤੁਸੀਂ ਸਰੀਰਕ ਨਹੀਂ ਹੋ। ਹੁਣ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਸਰੀਰਕ ਨਹੀਂ ਆ, ਹੁਣ ਮੈਂ ਤਾਂ ਮਰ ਗਿਆ ਸਰੀਰ ਦੇ ਤੌਰ ਤੇ। ਕਹਿੰਦਾ ਸਰੀਰ ਦੇ ਤੌਰ ਤੇ ਮੈਂ ਤਾਂ ਪ੍ਰਭੂ ਯਿਸੂ ਜੀ ਨਾਲ ਸਲੀਬ ਉੱਤੇ ਮਰ ਚੁੱਕਾ ਆ, ਪਰ ਹੁਣ ਤੋਂ ਅਗਲਾ ਜੀਵਨ ਜਿਹੜਾ ਜੇ ਮੈਂ ਜੀਣਾ ਤੇ ਉਹ ਮੇਰੇ ਵਿੱਚ ਕੌਣ ਜਿੰਦਾ ਹੈ? ਮਸੀਹ ਜਿੰਦਾ ਹੈ, ਮੈਂ ਨਹੀਂ ਜਿੰਦਾ ਮੇਰੇ ਅੰਦਰ। ਇਸੇ ਤਰ੍ਹਾਂ ਕਿਉਂਕਿ ਉਸਨੇ ਬਪਤਿਸਮਾ ਲਿਆ ਪ੍ਰਭੂ ਯਿਸੂ ਦੇ ਨਾਮ ਵਿੱਚ, ਉਹ ਮਰਿਆ। ਜਿਵੇਂ ਲਿਖਿਆ ਰੋਮੀਆਂ ਦੀ 6 ਵਿੱਚ ਕਿ ਜੋ ਕੋਈ ਪ੍ਰਭੂ ਯਿਸੂ ਮਸੀਹ ਵਿੱਚ ਬਪਤਿਸਮਾ ਲੈਂਦਾ ਉਹ ਪ੍ਰਭੂ ਯਿਸੂ ਦੀ ਮੌਤ ਵਿੱਚ ਸ਼ਾਮਲ ਹੋਣ ਦਾ ਬਪਤਿਸਮਾ ਲੈਂਦਾ ਹੈ ਤੇ ਅੱਗੇ ਤੋਂ ਨਵਾਂ ਜੀਵਨ ਗੁਜ਼ਾਰਦਾ ਹੈ। ਇਸ ਲਈ ਕਈ ਵਾਰੀ ਮੈਂ ਸੁਣਿਆ ਹੈ ਬਹੁਤ ਸਾਰੇ ਸੇਵਕਾਂ ਤੋਂ, ਬਹੁਤ ਸਾਰੇ ਲੋਕਾਂ ਤੋਂ, ਬਹੁਤ ਸਾਰੇ ਆਪਣੇ ਆਪ ਨੂੰ ਵਿਦਵਾਨ ਬਾਈਬਲ ਦੇ ਆਖਣ ਵਾਲਿਆਂ ਕੋਲ ਸੁਣਿਆ ਕਿ ਹੁਣ ਸਾਡੇ ਵਿੱਚ ਕੌਣ ਹੈ? ਅਸੀਂ ਜਿਹੜੇ ਹੈ ਮਰ ਗਏ ਹਾਂ, ਮਸੀਹ ਦੇ ਨਾਲ ਸਲੀਬ ਉੱਤੇ ਮਰ ਗਏ ਹਾਂ ਅਤੇ ਹੁਣ ਜਿਹੜਾ ਹੈ ਮਸੀਹ ਸਾਡੇ ਅੰਦਰ ਜਿਉਂਦਾ ਹੈ। ਹੁਣ ਤੋਂ ਸਾਡੇ ਜੀਵਨ ਵਿੱਚ ਕੌਣ ਜਿੰਦਾ ਹੈ? ਸਾਡੇ ਅੰਦਰ ਕੌਣ ਹੈ? ਮਸੀਹ ਹੈ। ਪਰ ਇਹ ਕਿਵੇਂ ਹੋ ਸਕਦਾ ਹੈ? ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਹੀ ਨਹੀਂ ਲਿਆ ਤੇ ਅਸੀਂ ਤਾਂ ਪ੍ਰਭੂ ਯਿਸੂ ਨਾਲ ਮਰੇ ਨਹੀਂ। ਪਰ ਅਸੀਂ ਕਲੇਮ ਬੜੇ ਵੱਡੇ ਕਰਦੇ ਹਾਂ ਪੌਲ ਰਸੂਲ ਵਾਂਗ, ਜੇ ਅਸੀਂ ਮਰੇ ਨਹੀਂ ਪੌਲ ਰਸੂਲ ਵਾਂਗ ਬਪਤਿਸਮਾ ਲੈ ਕੇ, ਜੇ ਸਾਡਾ ਪਹਿਲਾ ਜੀਵਨ ਨਹੀਂ ਬਦਲਿਆ ਤੇ ਅਸੀਂ ਕਿਵੇਂ ਪੌਲ ਰਸੂਲ ਦੇ ਨਾਲ ਉਹਦੇ ਵਾਂਗ ਇਸ ਗੱਲ ਦਾ ਕਲੇਮ ਕਰ ਸਕਦੇ ਹਾਂ ਕਿ ਅਸੀਂ ਮਸੀਹ ਦੇ ਨਾਲ ਸਲੀਬ ਉੱਤੇ ਮਰ ਗਏ ਹਾਂ ਤੇ ਹੁਣ ਤੋਂ ਅਸੀਂ ਜਿਹੜਾ ਹੈ ਜਾਂ ਮੈਂ ਜਿਹੜਾ ਹੈ ਨਹੀਂ ਜਿੰਦਾ। ਹੁਣ ਤੋਂ ਅਗਲਾ ਜੀਵਨ ਜਿਹੜਾ ਹੈ ਮਸੀਹ ਮੇਰੇ ਵਿੱਚ ਰਹਿ ਕੇ ਜਿਹੜਾ ਹੈ ਉਹ ਜਿੰਦਾ ਹੈ।
ਸੋ ਇਹ ਕਲੇਮ ਕਰਨ ਤੋਂ ਪਹਿਲਾਂ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪਵਿੱਤਰ ਲਿਖਿਆ ਕਿ ਬਾਈਬਲ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਇਹ ਵੀ ਲਿਖਿਆ ਜੋ ਕੋਈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਸੋ ਹੀ ਪਹਿਲਾਂ ਲਵੇ ਪਵਿੱਤਰ ਆਤਮਾ ਪਾਉਣ ਤੋਂ, ਜਾਂ ਬਾਅਦ ਵਿੱਚ ਲਵੇ ਬਪਤਿਸਮਾ ਪ੍ਰਭੂ ਯਿਸੂ ਦੇ ਨਾਮ ਵਿੱਚ, ਉਹ ਹੀ ਪਵਿੱਤਰ ਆਤਮਾ ਦਾ ਦਾਨ ਪਾਵੇਗਾ, ਜਿਹਦਾ ਵਾਅਦਾ ਸਾਡੇ ਪ੍ਰਭੂ ਪਰਮੇਸ਼ਰ ਨੇ ਸਾਡੇ ਨਾਲ, ਸਾਡੇ ਬੱਚਿਆਂ ਨਾਲ ਅਤੇ ਉਹਨਾਂ ਨਾਲ ਜਿੰਨੇ ਦੂਰ ਹਨ ਵਾਅਦਾ ਕੀਤਾ ਹੈ। ਇਸ ਲਈ ਉਸਨੇ ਜਾਣਿਆ ਹੈ, ਪੌਲੁਸ ਰਸੂਲ ਨੂੰ ਹਨਨਿਆ ਨਬੀ ਨੇ, ਹਨਨਿਆ ਭਗਤ ਨੇ ਜਾਣਿਆ ਸੀ ਕਿ ਯਿਸੂ ਮਸੀਹ ਹੀ ਪ੍ਰਭੂ ਹੈ। ਮੇਰੇ ਪਰਮੇਸ਼ਰ ਦਾ ਨਾਮ ਜਾਂ ਮੇਰੇ ਵੱਡਿਆਂ ਦੇ ਪਰਮੇਸ਼ਰ ਦਾ ਨਾਮ ਕਹਿੰਦਾ ਹੈ ਕਿ ਇਹ ਸੌਲ, ਭਾਈ ਸੌਲਸ, ਤੈਨੂੰ ਸਾਡੇ ਵੱਡਿਆਂ ਦੇ ਪਰਮੇਸ਼ਰ ਨੇ ਚੁਣਿਆ ਹੈ, ਜਿਸ ਨੇ ਤੈਨੂੰ ਜਿਸ ਰਾਹ ਤੋਂ ਤੂੰ ਆਇਆ ਹੈ ਦਿਖਾਈ ਦਿੱਤਾ ਹੈ। ਉਸ ਨੇ ਮੈਨੂੰ ਘੱਲਿਆ, ਸਾਡੇ ਵੱਡਿਆਂ ਦੇ ਪਰਮੇਸ਼ਰ ਯਿਸੂ ਮਸੀਹ ਨੇ, ਕਿ ਤੂੰ ਉਹਦੇ ਕੀ ਹੈ ਧਰਮੀ ਦੇ ਮੂੰਹ ਦੇ ਸ਼ਬਦ ਸੁਣੇ, ਉਹਨੂੰ ਵੇਖੇ ਅਤੇ ਉਹਦੇ ਨਾਮ ਦਾ ਪ੍ਰਚਾਰ ਕਰੇ। ਸੋ ਇਹ ਹੈ ਜੀ ਸਾਡੇ ਵੱਡਿਆਂ ਦਾ ਪਰਮੇਸ਼ਰ ਯਿਸੂ ਮਸੀਹ, ਇਹੋ ਹੀ ਸਾਡਾ ਪਰਮੇਸ਼ਰ ਹੈ। ਇਸ ਲਈ ਹੀ ਤੁਸੀਂ ਜੇ ਪੜ੍ਹੋਗੇ ਆਪਣੇ ਮੂਸਾ ਦੀ ਗੱਲ ਸੁਣੋਗੇ ਤਾਂ ਉਸ ਨੇ ਉਹਦੀ ਬਾਣੀ ਵਿੱਚ ਪੜ੍ਹੋਗੇ ਤਾਂ ਉਹ ਕਹਿੰਦਾ ਹੈ ਕਿ ਮੈਂ ਤਾਂ ਯਹੋਵਾ ਦੇ ਨਾਮ ਦਾ ਕੀ ਕਰੂੰਗਾ, ਪ੍ਰਚਾਰ ਕਰੂੰਗਾ। ਠੀਕ ਹੈ ਜੀ। ਅੱਗੇ ਉਹ ਲਿਖਦੇ ਹੈ ਕਿ ਉਹ ਚਟਾਨ ਹੈ। ਕੌਣ ਹੈ? ਸਾਡੇ ਵੱਡਿਆਂ ਦਾ ਪਰਮੇਸ਼ਰ ਚਟਾਨ ਹੈ, ਜਿਹੜਾ ਮਿਸਰ ਦੀ ਗੁਲਾਮੀ ਵਿੱਚੋਂ ਆਪਣੀ ਪ੍ਰਜਾ ਨੂੰ ਕੱਢ ਕੇ ਲਿਆਇਆ। ਤੇ ਉਸ ਸਮੇਂ ਉਹ ਚਟਾਨ ਜਿਹੜਾ ਆਤਮਿਕ ਚਟਾਨ ਆ, ਉਹ ਆਤਮਿਕ ਪੱਥਰ ਜਿਹੜਾ ਉਹ ਆਪਣੀ ਪ੍ਰਜਾ ਦੇ ਨਾਲ ਨਾਲ ਚੱਲਦਾ ਸੀ। ਠੀਕ ਆ, ਮਿਹਰਬਾਨੀ ਕਰਕੇ ਜ਼ਰੂਰ ਜਾਣੋ, ਇਹ ਮੂਸਾ ਦੇ ਸ਼ਬਦ ਆ, ਉਸ ਦੀ ਕਰਨੀ ਪੂਰੀ। ਹਾਂ, ਉਹ ਚਟਾਨ, ਮੈਂ ਤਾਂ ਯਹੋਵਾ ਦੇ ਨਾਮ ਦਾ ਪ੍ਰਚਾਰ ਕਰਾਂਗਾ। ਸਾਡੇ ਪਰਮੇਸ਼ਰ ਦੀ ਮਹਾਨਤਾ ਨੂੰ ਮੰਨੋ, ਉਹਦੀ ਮਜੈਸਟੀ ਨੂੰ ਮੰਨੋ। ਉਹ ਚਟਾਨ ਹੈ, ਉਹਦੀ ਕਰਨੀ ਪੂਰੀ ਹੈ ਤੇ ਉਸਦੇ ਸਾਰੇ ਕਾਰਜ ਨਿਆਂ ਦੇ ਹਨ। ਉਹ ਧਰਮੀ ਅਤੇ ਸੱਚਾ ਪਰਮੇਸ਼ਰ ਹੈ। ਕੌਣ ਆ ਉਹ? ਧਰਮੀ ਵੀ ਆ, ਸੱਚਾ ਵੀ ਆ, ਉਹਦੇ ਕੰਮ ਵੀ ਸਾਰੇ ਨਿਆਂ ਦੇ। ਉਹ ਚਟਾਨ ਹੈ, ਮੁਕਤੀ ਦੀ ਚਟਾਨ। ਜਿਵੇਂ ਦਾਊਦ ਵੀ ਜ਼ਬੂਰਾਂ ਦੇ ਵਿੱਚ ਲਿਖਦਾ ਹੈ, ਜ਼ਬੂਰ 89 ਦੀ 20 ਤੋਂ 26 ਵਿੱਚ ਲਿਖਿਆ ਹੈ, ਉਸ ਨੇ ਲਿਖਿਆ ਹੈ ਪ੍ਰਭੂ ਯਿਸੂ ਜੀ ਦੇ ਬਚਨਾਂ ਵਿੱਚ, ਜ਼ਬੂਰਾਂ ਦੇ 89 ਯਹੋਵਾ ਪਰਮੇਸ਼ਰ ਕਿ ਮੈਂ ਦਾਊਦ ਨੂੰ ਲੱਭ ਕੇ ਆਪਣੇ ਪਵਿੱਤਰ ਤੇਲ ਨਾਲ ਉਸ ਨੂੰ ਮਸਾ ਕੀਤਾ। ਓਕੇ, ਮੈਂ ਉਸ ਨੂੰ ਚੁਣਿਆ। ਠੀਕ ਹੈ, ਮੈਂ ਉਸ ਨੂੰ ਜਿਹੜਾ ਹੈ ਉਸਦੀ ਰਖਵਾਲੀ ਕਰਾਂਗਾ, ਮੈਂ ਉਹਨੂੰ ਛੱਡਾਂਗਾ ਨਹੀਂ। ਠੀਕ ਹੈ, ਤੇ ਹੁਣ ਉਹ ਮੈਨੂੰ, ਕੌਣ? ਮੇਰਾ ਚੁਣਿਆ ਹੋਇਆ ਅਤੇ ਮੇਰਾ ਮਸਾ ਕੀਤਾ ਹੋਇਆ ਕੀ ਕਹੂਗਾ? ਉਹ ਮੈਨੂੰ ਦਾਊਦ ਕੀ ਕਹੂਗਾ? ਉਹ ਮੈਨੂੰ ਆਖੇਗਾ ਕਿ ਤੂੰ ਮੇਰਾ ਪਿਤਾ, ਤੂੰ ਮੇਰਾ ਪਰਮੇਸ਼ਰ ਅਤੇ ਤੂੰ ਮੇਰੀ ਮੁਕਤੀ ਦੀ ਚਟਾਨ ਹੈ। ਜਿੰਨਾ ਚਿਰ ਪ੍ਰਭੂ ਯਿਸੂ ਜੀ ਕਿਸੇ ਨੂੰ ਚੁਣਦਾ ਨਹੀਂ, ਜਾਂ ਜਿੰਨਾ ਚਿਰ ਪ੍ਰਭੂ ਯਿਸੂ ਜੀ ਆਪਣਾ ਮਸਾ ਨਹੀਂ ਕਰਦਾ, ਉਹਨਾਂ ਚਿਰ ਅਸੀਂ ਕਦੀ ਵੀ ਪ੍ਰਭੂ ਯਿਸੂ ਜੀ ਨੂੰ ਆਪਣਾ ਪਰਮੇਸ਼ਰ ਅਤੇ ਆਪਣਾ ਪਿਤਾ ਅਤੇ ਮੁਕਤੀ ਦੀ ਚਟਾਨ ਕਦੀ ਵੀ ਆਪਣੇ ਮੂੰਹੋਂ ਨਹੀਂ ਆਖ ਸਕਦੇ ਹਾਂ, ਬਲਕਿ ਅਸੀਂ ਪੌਲ ਦੀ ਤਰ੍ਹਾਂ ਵਿਰੋਧੀ ਬਣੇ ਰਹਿੰਦੇ ਹਾਂ। ਜਿਵੇਂ ਪੌਲ ਰਸੂਲ ਗਿਆਨ ਬੜਾ ਸੀ, ਪਰ ਵਿਰੋਧੀ ਅੱਜ ਵੀ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਕੋਲ ਗਿਆਨ ਬੜਾ ਆ। ਤੁਹਾਨੂੰ ਗਿਆਨ ਸੁਣਾ ਕੇ ਤੁਹਾਨੂੰ ਅਜੀਬ, ਜਿਵੇਂ ਪੌਲ ਰਸੂਲ ਸਾਨੂੰ ਵਾਰਨਿੰਗ ਦਿੰਦਾ ਹੈ ਕਿ ਵੇਖਣਾ ਕਿਤੇ ਕੋਈ ਤੁਹਾਨੂੰ ਆਪਣੀ ਫਿਲਾਸਫੀ ਅਤੇ ਲਾਗ ਲਪੇਟ ਦੀਆਂ ਗੱਲਾਂ ਦੇ ਅਨੁਸਾਰ ਲੁੱਟ ਨਾ ਲਵੇ ਕਿਉਂਕਿ ਲਿਖਿਆ ਹੈ ਕਿ ਇਹ ਜਿਹੜੀਆਂ ਗੱਲਾਂ ਹੈਗੀਆਂ, ਇਹ ਗੱਲਾਂ ਹੈਗੀਆਂ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਆ। ਇਹਦਾ ਮਤਲਬ ਇਹ ਨਹੀਂ ਕਿ ਇਹ ਗੱਲਾਂ ਹੈ ਨਹੀਂ, ਪਰ ਇਹ ਗੱਲਾਂ ਮਸੀਹ ਦੇ ਅਨੁਸਾਰ ਨੇ। ਅੱਗੇ ਲਿਖਦਾ ਇਹ ਗੱਲਾਂ ਜਿਹੜੀਆਂ ਹੈਗੀਆਂ ਲੁੱਟ ਨਾ ਲਵੇ, ਜਿਹੜੀਆਂ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੇ ਮੁੱਢਲੀਆਂ ਸੰਸਾਰ ਦੀ ਮੁੱਢਲੀਆਂ ਗੱਲਾਂ ਹਨ। ਇਹ ਸੱਚੀਆਂ ਆ, ਪਰ ਮਸੀਹ ਦੇ ਅੱਗੇ ਲਿਖਦੇ ਪਰ ਇਹ ਮਸੀਹ ਦੇ ਅਨੁਸਾਰ ਨਹੀਂ,
क्योंकि मसीह विच परमेश्वर सारी सारी भरपूरी देहधारी होके वसदी है। इसलिए वो आखदे हन जे लूका जे असी कुलसियां 3 दी 16-17 पढ़िए तो उत्थे वो लिखदा है कि मसीह दा वचन तुहाडे विच बहुता करके बुद्ध दे नाल वसे अते तुसीं भजनां जबूरां ते आत्म गीतां द्वारा एक दूजे नूं की करिया करो, उपदेश करिया करो ਅਤੇ ਚਿਤਾਰਿਆ ਕਰੋ ਅਤੇ ਪਰਮੇਸ਼ਰ ਨੂੰ ਆਪਣੇ ਦਿਲਾਂ ਵਿੱਚ ਚਿਤਾਰਿਆ ਕਰੋ ਅਤੇ ਪਰਮੇਸ਼ਰ ਨੂੰ ਆਪਣੇ ਦਿਲਾਂ ਵਿੱਚ ਗਾਇਆ ਕਰੋ ਅਤੇ ਜੋ ਕੁਝ ਤੁਸੀਂ ਕਰੋ ਚਾਹੇ ਕਰਮ ਮੀਨ ਕੰਮ ਚਾਹੇ ਬਚਨ ਜਿਹੜਾ ਪਰਮੇਸ਼ਰ ਜੀ ਦਾ ਬਚਨ ਸੁਣਾਉਂਦੇ ਹਾਂ ਸਭੋ ਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਕਰੋ ਅਤੇ ਉਸ ਦੇ ਰਾਹੀਂ ਹੀ ਪਰਮੇਸ਼ਰ ਪਿਤਾ ਜੀ ਦਾ ਧੰਨਵਾਦ ਕਰੋ। ਸੋ ਫਿਰ ਆਪਾਂ ਚੱਲਦੇ ਹਾਂ। ਕਹਿੰਦਾ ਮੈਂ ਤਾਂ ਮੂਸਾ ਕਹਿ ਰਿਹਾ ਮੈਂ ਤਾਂ ਯਹੋਵਾ ਦੇ ਨਾਮ ਦਾ ਪ੍ਰਚਾਰ ਕਰਾਂਗਾ। ਉਹ ਚਟਾਨ ਹੈ, ਉਹਦੇ ਸਾਰੇ ਕੰਮ ਨਿਆਉਂਦੇ ਹਨ, ਉਹ ਸੱਚਾਈ ਦਾ ਪਰਮੇਸ਼ਰ ਹੈ, ਉਹਦੇ ਵਿੱਚ ਬੁਰਾਈ ਪਾਈ ਨਹੀਂ ਜਾਂਦੀ ਹੈ। ਪਰ ਹਾਂ ਤੁਸੀਂ ਆਪਣੇ ਆਪ ਨੂੰ ਵਿਗਾੜ ਲਿਆ, ਤੁਸੀਂ ਉਹਦੇ ਪੁੱਤਰ ਨਹੀਂ, ਤੁਸੀਂ ਕਲੰਕੀ ਬਣ ਗਏ ਹੋ। ਇਸ ਲਈ ਉਹ ਆਖਦੇ ਹਨ ਕਿ ਹੇ ਮੂਰਖ, ਉਹਨਾਂ ਨੂੰ ਆਖਦੇ ਨੇ ਉਹਨਾਂ ਨੂੰ ਜਿਹੜੇ ਕਲੰਕੀ ਬਣ ਗਏ ਹੈ, ਜਿਹੜੇ ਪਰਮੇਸ਼ਰ ਯਿਸੂ ਉਸ ਟਾਈਮ ਦੇ ਯਹੋਵਾ ਦੇ ਵਿਰੁੱਧ ਆਕੀ ਬਣ ਗਏ ਹੈ ਜਿਵੇਂ ਤੇ ਉਸ ਵਕਤ ਦੀਆਂ ਉਹ ਗੱਲਾਂ ਕਰਦੇ ਹੈ ਕਿ ਹੇ ਮੂਰਖ, ਹੇ ਮੂਰਖ, ਹੇ ਮਨਮਤੀਓ, ਹੇ ਮੰਨਦੇ, ਹੇ ਮੂੜ ਅਤੇ ਉਹ ਪਰਮੇਸ਼ਰ ਜੀ ਯਹੋਵਾ ਜੀ ਯਹੋਵਾ ਨਬੀ ਆਖਦਾ ਹੈਗਾ ਕਿ ਹੇ ਮੂੜ ਅਤੇ ਮਤਹੀਨ ਪ੍ਰਜਾ, ਤੁਸੀਂ ਆਪਣੀ ਮਨਮਰਜ਼ੀ ਮੂਢੀ ਹੋ, ਤੁਸੀਂ ਮਤਹੀਨ ਹੋ। ਕੀ ਉਹਨਾਂ ਨੂੰ ਸਵਾਲ ਕਰਦਾ ਕਿ ਯਹੋਵਾ ਤੁਹਾਡਾ ਪਿਤਾ ਨਹੀਂ ਜਿਸ ਨੇ ਤੁਹਾਨੂੰ ਮੁੱਲ ਲਿਆ, ਜਿਸ ਨੇ ਤੁਹਾਨੂੰ ਬਣਾਇਆ ਤੇ ਕਾਇਮ ਕੀਤਾ। ਇੱਥੇ ਹੁਣ ਸਾਨੂੰ ਮੂਸਾ ਨਬੀ ਜਿਵੇਂ ਪ੍ਰਭੂ ਯਿਸੂ ਨੇ ਕਿਹਾ ਸੀ ਕਿ ਮੂਸਾ ਮੇਰੇ ਹੀ ਬਾਰੇ ਵਿੱਚ ਨੇ ਲਿਖਿਆ ਹੈ। ਸੋ ਇੱਥੇ ਮੂਸਾ ਲਿਖਦਾ ਹੈ ਕਿ ਕੀ ਯਹੋਵਾ ਤੁਹਾਡਾ ਪਿਤਾ ਨਹੀਂ ਜਿਸ ਨੇ ਤੁਹਾਨੂੰ ਮੁੱਲ ਲਿਆ ਤੇ ਤੁਹਾਨੂੰ ਬਣਾਇਆ ਤੇ ਤੁਹਾਨੂੰ ਕਾਇਮ ਕੀਤਾ। ਹੁਣ ਇੱਥੇ ਮੈਂ ਫਿਰ ਆਪਾਂ ਚੱਲਦੇ ਹਾਂ। ਜੇ ਅਸੀਂ ਮੱਤੀ ਦੀ ਅੰਜੀਲ ਉਹਦਾ 21 ਚੈਪਟਰ ਪੜ੍ਹੀਏ ਉੱਥੇ ਲਿਖਿਆ ਹੈ ਕਿ ਪ੍ਰਭੂ ਯਿਸੂ ਜੀ ਜਿਹੜਾ ਹੈ ਪਰਮੇਸ਼ਰ ਦੀ ਅਕਲ ਵਿੱਚ ਜਾਂਦੇ ਆ ਤੇ ਉੱਥੇ ਜਿਹੜੇ ਵਪਾਰੀ ਬਣੇ ਬੈਠੇ ਲੋਕ ਉਹਨਾਂ ਨੂੰ ਇੱਕ ਕੋਰਡਾ ਬਣਾ ਕੇ ਉਹਨਾਂ ਨੂੰ ਕਿ ਉੱਥੋਂ ਕੱਢ ਦਿੰਦੇ ਹੈ। ਤਦ ਜਿਹੜੇ ਬੱਚੇ ਆ ਤੇ ਜਿਹੜੇ ਲੋਕ ਬਿਮਾਰ ਆ ਉਹ ਉੱਥੇ ਆਉਂਦੇ ਆ, ਹੱਥ ਉਹਨਾਂ ਦੀ ਬਿਮਾਰੀ, ਤਾਂ ਉਸ ਵਕਤ ਪ੍ਰਭੂ ਯਿਸੂ ਜੀ ਉਹਨਾਂ ਨੂੰ ਚੰਗਿਆਂ ਕਰਦੇ ਹੈ ਅਤੇ ਉਹ ਬੱਚੇ ਅਤੇ ਉਹ ਲੋਕ ਪ੍ਰਭੂ ਯਿਸੂ ਦੀ ਹਮਦੋਸਨਾ ਕਰਦੇ ਆ। ਉਸ ਵਕਤ ਜਿਹੜੇ ਉਸ ਟਾਈਮ ਦੇ ਫਰੀਸੀ ਧਾਰਮਿਕ ਆਗੂ ਜਿਹੜੇ ਸੀਗੇ ਉਹ ਪ੍ਰਭੂ ਯਿਸੂ ਨੂੰ ਬੜੇ ਦੁਖੀ ਹੋ ਕੇ ਕਹਿੰਦੇ ਹਨ ਕਿ ਪ੍ਰਭੂ ਯਿਸੂ ਨੂੰ ਕਹਿੰਦੇ ਕੀ ਤੂੰ ਸੁਣਦਾ ਨਹੀਂ ਇਹ ਬੱਚੇ ਤੇ ਲੋਕ ਕੀ ਕਰਦੇ ਹਨ, ਕੀ ਕਹਿੰਦੇ ਹਨ, ਕੀ ਬੋਲਦੇ ਹਨ। ਪ੍ਰਭੂ ਯਿਸੂ ਜੀ ਕਹਿੰਦੇ ਹਾਂ ਮੈਂ ਜਾਣਦਾ ਹਾਂ, ਪਰ ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ? ਕੀ ਨਹੀਂ? ਜੇ ਅਸੀਂ ਜਿਹੜਾ ਹੈਗਾ ਜ਼ਬੂਰ ਵਿੱਚ ਜਿਹੜਾ ਲਿਖਿਆ ਹੈ ਕਿ ਦਾਊਦ ਨਬੀ ਨੇ ਲਿਖਿਆ ਹੈ, ਕੀ ਲਿਖਦਾ ਹੈ? ਦਾਊਦ ਨਬੀ ਦੀ ਜਵਾਨੀ ਪਰਮੇਸ਼ਰ ਜੀ ਨੇ ਪਹਿਲਾਂ ਹੀ ਆਖਿਆ ਸੀ, ਹੇ ਯਹੋਵਾ ਸਾਡੇ ਪ੍ਰਭੂ ਸਾਰੀ ਧਰਤੀ ਉੱਤੇ ਤੇਰਾ ਨਾਮ ਕਿੱਡਾ ਹੀ ਸ਼ਾਨਦਾਰ ਹੈ, ਜਿਹਨੇ ਆਪਣੇ ਤੇਜ ਨੂੰ ਆਕਾਸ਼ ਉੱਤੇ ਰੱਖਿਆ। ਤੈਂ ਆਪਣਿਆਂ ਵਿਰੋਧੀਆਂ ਦੇ ਕਾਰਨ ਨਿਆਣਿਆਂ ਅਤੇ ਦੁੱਧ ਚੁੰਗਣ ਵਾਲਿਆਂ ਦੇ ਮੂੰਹ ਤੋਂ ਬਲ ਨੂੰ ਪੱਕਾ ਕੀਤਾ, ਭਈ ਤੂੰ ਵੈਰੀ ਨੂੰ ਚੁੱਪ ਕਰਵਾ ਦੇ। ਸੋ ਪ੍ਰਭੂ ਯਿਸੂ ਜੀ ਨੇ ਇਹ ਬਚਨ ਕਹਿ ਕੇ ਕਿ ਕੀ ਤੁਸੀਂ ਇਹ ਨਹੀਂ ਪੜ੍ਹਿਆ? ਤਾਂ ਫਿਰ ਉਹ ਚੁੱਪ ਕਰ ਗਏ। ਸੋ ਫਿਰ ਪ੍ਰਭੂ ਯਿਸੂ ਜੀ ਫਿਰ ਅੱਗੇ ਜਿਹੜਾ ਹੈ ਦਾਊਦ ਬਾਦਸ਼ਾਹ ਜ਼ਬੂਰ 34 ਵਿੱਚ ਲਿਖਦਾ, 34 ਦੀ 22 ਵਿੱਚ ਲਿਖਦਾ ਹੈ ਕਿ ਯਹੋਵਾ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ ਹੈ। ਕੌਣ ਜਾਨ ਦਿੱਤੀ ਸਾਡੇ ਲਈ? ਯਹੋਵਾ ਨੇ ਦਿੱਤੀ ਆ। ਜਿਵੇਂ ਮੂਸਾ ਲਿਖਦਾ ਯਹੋਵਾ ਪਿਤਾ ਨੇ ਸਾਡੇ ਲਈ ਜਾਨ ਦਿੱਤੀ, ਹੁਣ ਸਾਨੂੰ ਬਣਾਇਆ ਵੀ ਆ, ਇਕੱਲੀ ਜਾਨ ਹੀ ਨਹੀਂ ਦਿੱਤੀ, ਹੁਣ ਸਾਨੂੰ ਬਣਾਇਆ ਵੀ ਆ ਤੇ ਉਹਨੇ ਸਾਨੂੰ ਕਾਇਮ ਵੀ ਕੀਤਾ ਹੈ। ਓਕੇ, ਉਹ ਸਾਡਾ ਬਣਾਉਣ ਵਾਲਾ
ਜੋ ਆ ਪਿਤਾ ਸਾਨੂੰ ਬਣਾਉਣ ਵਾਲਾ, ਜੋ ਆ ਪਿਤਾ ਸਾਨੂੰ ਮੁੱਲ ਖਰੀਦਣ ਵਾਲਾ ਹੈ। ਫਿਰ ਇਸੇ ਹੀ ਗੱਲ ਨੂੰ ਅਸੀਂ ਅੱਗੇ ਵਧਦੇ ਹਾਂ ਤਾਂ ਯਸ਼ਾਇਆ ਨਬੀ ਵੀ ਲਿਖਦਾ ਹੈ, ਜਿਨ ਇਹ ਲਿਖਿਆ ਸੀ ਕਿ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹਦੇ ਮੋਢਿਆਂ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਉਂ ਸੱਦਿਆ ਜਾਵੇਗਾ। ਕੀ ਸੱਦਿਆ ਜਾਏਗਾ? ਜੱਜ ਸਲਾਹੂ ਮੀਨ ਪਵਿੱਤਰ ਆਤਮਾ। ਅੱਗੇ ਲਿਖਿਆ ਹੈ ਕਿ ਸ਼ਕਤੀਮਾਨ ਪਰਮੇਸ਼ਰ, ਤੇ ਅੱਗੇ ਲਿਖਿਆ ਹੈ ਸਦੀਪਕ ਪਿਤਾ, ਠੀਕ ਹੈ ਜੀ, ਤੇ ਸ਼ਾਂਤੀ ਦਾ ਰਾਜਕੁਮਾਰ। ਫਿਰ ਉਹ ਹੀ ਯਸ਼ਾਇਆ ਲਿਖਦਾ ਹੈ, ਜੇ ਅਸੀਂ 63 ਦੀ 16 ਪੜ੍ਹੀਏ ਤਾਂ ਕਹਿੰਦਾ ਹੈ ਅਬਰਾਹਮ ਭਾਵੇਂ ਸਾਨੂੰ ਨਹੀਂ ਜਾਣਦਾ ਤੇ ਇਸਰਾਇਲ ਸਾਨੂੰ ਨਹੀਂ ਪਛਾਣਦਾ, ਪਰ ਤੂੰ ਯਹੋਵਾ ਸਾਡਾ ਪਿਤਾ ਹੈ, ਤੂੰ ਸਾਡਾ ਮੁੱਲ, ਸਾਨੂੰ ਮੁੱਲ ਲੈਣ ਵਾਲਾ ਹੈ। ਇੱਥੇ ਹੀ ਉਹ ਜਿਹੜਾ ਬਾਲਕ ਜੰਮਿਆ ਸੀ ਉਹ ਸਾਡਾ ਕੀ ਹੈ? ਪਿਤਾ ਵੀ ਹੈ। ਉਹ ਸਾਡਾ ਬਣਾਉਣ ਵਾਲਾ ਪਿਤਾ ਹੈ, ਫਿਰ ਸਾਨੂੰ ਮੁੱਲ ਖਰੀਦਣ ਵਾਲਾ ਪਰਮੇਸ਼ਰ ਹੈ, ਮੁਕਤੀ ਦਾਤਾ ਵੀ ਹੈ। ਪਰ ਅੱਜ ਕੇ ਤੱਕ ਵੀ ਬਹੁਤੇ ਸਾਡੇ ਵਿਦਵਾਨ ਜਿਹੜੇ ਕਿ ਆਪਣੇ ਆਪ ਨੂੰ ਆਖਦੇ ਹਨ ਜਾਂ ਮੰਨਦੇ ਹਨ, ਉਹ ਇਹੋ ਹੀ ਆਖਦੇ ਹਨ ਕਿ ਪਰਮੇਸ਼ਰ ਨੇ ਜਗਤ ਨਾਜਾਇਜ਼ ਪੈਦਾ ਕੀਤਾ ਕਿ ਉਸਨੇ ਆਪਣਾ ਪੁੱਤਰ, ਝੂਠ ਗੱਲ ਨਹੀਂ ਲਿਖੀ ਹੋਈ ਆ, ਪਰ ਸਾਡਾ ਫਰਜ਼ ਹੈ ਜਾਣਨਾ ਕਿ ਉਹ ਪੁੱਤਰ ਹੈ ਕੌਣ ਆ, ਜਿਹੜਾ ਦੇਹਧਾਰੀ ਹੋ ਕੇ ਜਿਨ ਸਾਡੇ ਪਾਪਾਂ ਲਈ ਇਸ ਜਗਤ ਦੇ ਵਿੱਚ ਆ ਕੇ ਸਲੀਬ ਦੇ ਉੱਤੇ ਆਪਣਾ ਪਵਿੱਤਰ ਖੂਨ ਨਾਲ ਸਾਨੂੰ ਮੁੱਲ ਖਰੀਦ ਲਿਆ। ਸੋ ਇਸ ਬਾਰੇ ਫਿਰ ਯਸ਼ਾਇਆ ਨਬੀ ਲਿਖਦਾ ਹੈ, ਜੇ ਅਸੀਂ ਪੜ੍ਹੀਏ ਤਾਂ 43 ਦੀ 10 ਦੀ 11 ਵਿੱਚ ਲਿਖਿਆ, ਇਵਨ 13 ਵਿੱਚ ਲਿਖਿਆ ਹੈ, ਯਹੋਵਾ ਦਾ ਵਾਕ ਹੈ। ਕੀ ਹੈ ਯਹੋਵਾ ਦਾ ਵਾਕ? ਕਿ ਤੁਸੀਂ ਕੀ ਹੈ, ਇਸ ਗੱਲ ਨੂੰ ਜਾਣੋ ਅਤੇ ਸਮਝੋ ਕਿ ਮੈਂ ਯਹੋਵਾ ਹਾਂ। ਕੌਣ ਹੈ ਮੈਂ ਯਹੋਵਾ ਹਾਂ। ਮੇਰੇ ਤੋਂ ਪਹਿਲਾਂ ਜਾਂ ਮੇਰੇ ਤੋਂ ਅੱਗੇ ਕੋਈ ਪਰਮੇਸ਼ਰ ਨਹੀਂ ਸਾਜਿਆ ਗਿਆ ਅਤੇ ਨਾ ਹੀ ਮੇਰੇ ਪਿੱਛੇ ਕੋਈ ਹੋਵੇਗਾ। ਠੀਕ ਆ, ਤੁਸੀਂ ਜਾਣੋ ਤੇ ਮੇਰੀ ਪ੍ਰਤੀਤ ਕਰੋ ਤੇ ਸਮਝੋ। ਪਹਿਲਾਂ ਜਾਣੋ ਮੈਨੂੰ, ਫਿਰ ਮੇਰਾ ਵਿਸ਼ਵਾਸ ਕਰੋ ਤੇ ਫਿਰ ਮੈਨੂੰ ਸਮਝੋ ਵੀ, ਹੋਰ ਅੱਗੇ ਵਧੋ। ਮੈਂ ਉਹੀ ਹਾਂ, ਮੇਰੇ ਤੋਂ ਅੱਗੇ ਕੋਈ ਪਰਮੇਸ਼ਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੇ ਕੋਈ ਹੋਵੇਗਾ। ਮੈਂ ਹੀ ਹਾਂ, ਮੈਂ ਹੀ ਯਹੋਵਾ, ਤੇ ਮੇਰੇ ਬਿਨਾਂ ਕੋਈ ਵੀ ਮੁਕਤੀ ਦਾਤਾ ਨਹੀਂ ਹੈ, ਕੋਈ ਵੀ ਬਚਾਉਣ ਵਾਲਾ ਨਹੀਂ ਆ। ਓਕੇ, ਮਿਹਰਬਾਨੀ ਕਰਕੇ ਜ਼ਰੂਰ ਪੜੋ। ਹਾਂ, ਦਿਨ ਹੋਣ ਤੋਂ ਲੈ ਕੇ ਮੈਂ ਉਹੀ ਹਾਂ, ਮੇਰੇ ਹੱਥੋਂ ਕੋਈ ਛੁਡਾ ਨਹੀਂ ਸਕਦਾ। ਮੈਂ ਕਰਾਂਗਾ ਤੇ ਕੌਣ ਉਹਨੂੰ ਰੋਕੇਗਾ। ਸੋ ਇਹ ਹੈ ਨਬੀਆਂ ਦੀਆਂ, ਰਸੂਲ ਵੀ ਇਹ ਗੱਲ ਕਰਦੇ ਨੇ। ਜਿਹੜਾ ਪੌਲ ਰਸੂਲ ਜੀ ਹੁਣ ਲਿਖਦਾ ਹੈ, ਜੇ ਅਸੀਂ ਰਸੂਲਾਂ ਦੇ ਕਿਤਾਬ 20 ਦੀ 28 ਪੜ੍ਹੀਏ ਤਾਂ ਉੱਥੇ ਲਿਖਦਾ ਹੈ, ਰਸੂਲਾਂ ਦੇ ਕਿਤਾਬ ਵਿੱਚ 20 ਦੀ 28 ਚ ਲਿਖਦਾ ਹੈ ਕਿ ਤੁਸੀਂ ਜਿਹੜਾ ਕੀ ਕਰੋ, ਆਪਣੀ ਅਤੇ ਉਹ ਸਾਰੇ ਇੱਜ਼ਤ ਦੀ ਰਖਵਾਲੀ ਕਰੋ ਜਿਹਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ। ਕੌਣ ਆ? ਪੌਲ ਨੂੰ ਕਿਉਂ ਠਹਿਰਾਇਆ ਸੀ ਨਿਗਾਹਬਾਨ? ਪੌਲ ਨੂੰ ਕਿਉਂ ਵਿਖਾਈ ਦਿੱਤੀ ਆ ਯਿਸੂ ਮਸੀਹ ਨੇ? ਪਵਿੱਤਰ ਆਤਮਾ ਲਿਖਿਆ ਯਸ਼ਾਇਆ ਵਿੱਚ ਕਿ ਉਹ ਕੌਣ ਹੈ? ਜੱਜ ਸਲਾਹੂ ਹੈ। ਉਹ ਸਾਡਾ ਪਵਿੱਤਰ ਆਤਮਾ, ਸਾਨੂੰ ਉਹ ਪਵਿੱਤਰ ਆਤਮਾ ਹੈ। ਸੋ ਬਹੁਤ ਸਾਰੇ ਲੋਕ ਕਈ ਵਾਰੀ ਕਹਿੰਦੇ ਜੀ ਬਾਪ ਦਾ ਨਾਂ ਤੇ ਮੰਨ ਲੈਂਦੇ ਆ ਕਿ ਯਿਸੂ ਆ, ਚਲੋ ਪੁੱਤਰ ਦਾ ਨਾਮ ਮੰਨ ਲੈ, ਪਰ ਪਵਿੱਤਰ ਆਤਮਾ ਦਾ ਤਾਂ ਨਾਮ ਹੀ ਹੈ ਨਹੀਂ। ਉਹ ਭਾਈ ਬਾਈਬਲ ਦਾ ਦੱਸਦੀ ਪਵਿੱਤਰ ਆਤਮਾ ਦਾ ਵੀ ਉਹੀ ਨਾਮ ਹੈ। ਇਸੇ ਲਈ ਪ੍ਰਭੂ ਯਿਸੂ ਜੀ ਨੇ ਕਿਹਾ, ਜਾਓ ਤੁਸੀਂ ਬਾਪ ਅਤੇ ਬੇਟੇ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਪਰ ਅੱਜ ਲੋਕ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ ਦੇ ਬਿਨਾਂ ਹੀ ਆਪਣੇ ਲਾਗਪੇ ਦੀਆਂ ਗੱਲਾਂ, ਠੀਕ ਹੈ ਜੀ, ਅਤੇ ਆਪਣੀ ਫਿਲਾਸਫੀ ਦੇ ਨਾਲ ਬਹੁਤ ਤਰੀਕਿਆਂ ਨਾਲ ਉਹ ਸਾਨੂੰ ਸਮਝਾਉਂਦੇ ਹਨ ਕਿ ਯਿਸੂ ਮਸੀਹ ਕੋਈ ਹੋ ਰਿਹਾ, ਪਿਤਾ ਕੋਈ ਹੋ ਰਿਹਾ ਅਤੇ ਪਵਿੱਤਰ ਆਤਮਾ ਕੋਈ ਹੋ ਰਿਹਾ। ਜਦੋਂ ਕੋਈ ਯਿਸੂ ਮਸੀਹ ਜੀ ਕਹਿੰਦੇ ਮੈਂ ਤੇ ਪਿਤਾ ਇੱਕ ਹਾਂ। ਠੀਕ ਆ, ਜੇ ਅਸੀਂ ਹੋਰ ਦੇਖਣਾ ਹੈ ਤਾਂ ਜੇ ਅਸੀਂ ਹੁਣ ਚੱਲਦੇ ਹਾਂ ਨਾਮ ਦੇ ਬਾਰੇ ਵਿੱਚ, ਪ੍ਰਕਾਸ਼ ਦੀ ਪੋਥੀ ਵਿੱਚ ਚੱਲਦੇ ਹਾਂ, ਜਰਾ ਧਿਆਨ ਨਾਲ ਯਾਦ ਰੱਖਣਾ ਜੀ। ਪ੍ਰਕਾਸ਼ ਦੀ ਪੋਥੀ ਉਹਦਾ 14 ਚੈਪਟਰ ਵਿੱਚ ਲਿਖਿਆ ਹੈ
ਜਿਹੜਾ ਯਹੂਨਾ ਹੈ ਪਤਮੋਸ ਦੇ ਗਿਆ ਮਤਲਬ ਹੈ ਉਹ, ਤੇ ਉੱਥੇ ਉਹ ਗਵਾਹੀ ਦੇ ਰਿਹਾ ਹੈ। ਕਿਹੜੇ ਦਿਨ? ਉਹ ਕਹਿੰਦਾ ਪ੍ਰਭੂ ਯਿਸੂ ਉਹਨੂੰ ਬਚਨ ਉੱਥੇ ਸਿਖਾ ਰਹੇ ਨੇ, ਤੇ ਉਹ ਉੱਥੇ ਆਪਣੀ ਗਵਾਹੀ ਆਪਣੇ ਬਚਨ ਪ੍ਰਭੂ ਯਿਸੂ ਦੀ ਪ੍ਰਕਾਸ਼ ਦੀ ਪੋਥੀ ਵਿੱਚ ਲਿਖਦੇ ਹਨ। ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ, ਭਈ ਲੇਲਾ ਸਿਯੋਨ। ਲੇਲਾ ਕੌਣ ਆ? ਪ੍ਰਭੂ ਯਿਸੂ ਜੀ ਉੱਤੇ ਪਹਾੜ ਉੱਤੇ ਖੜਾ ਕਿ ਉਹ ਲੇਲਾ ਨਹੀਂ ਆ, ਉਹ ਤਾਂ ਪਰਮੇਸ਼ਰ ਹੈ ਉਹ, ਪਰ ਉਹ ਲੇਲਾ ਬਣਿਆ ਸਾਡੀ ਖਾਤਰ ਤਾਂ ਜੋ ਸਾਡੇ ਪਾਪਾਂ ਦਾ ਮੁੱਲ ਭਰ ਸਕੇ। ਠੀਕ ਆ? ਹਾਂ, ਲੇਲਾ ਸਿਯੋਨ ਦੇ ਪਹਾੜ ਉੱਤੇ ਖਲੋਤਾ ਹੈ ਤੇ ਉਹਦੇ ਨਾਲ 1,44,000 ਹਨ ਜਿਨ੍ਹਾਂ ਦੇ ਮੱਥੇ ਉੱਤੇ ਉਹਦਾ ਨਾਮ ਅਤੇ ਉਹਦੇ ਪਿਤਾ ਦਾ ਨਾਮ। ਕੀ ਹੈ ਜੀ? ਉਹਦਾ ਨਾਮ ਅਤੇ ਉਹਦੇ ਪਿਤਾ ਦਾ ਨਾਮ ਕੀ ਹੈ? ਨਾਮ ਲਿਖਿਆ ਹੋਇਆ ਹੈ। ਠੀਕ ਹੈ ਜੀ? ਸੋ ਇਸ ਲਈ ਮਿਹਰਬਾਨੀ ਕਰਕੇ ਜਾਣੋ ਜੀ, ਉਹਦਾ ਨਾਮ ਅਤੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। ਠੀਕ ਆ? ਇਹ ਗੱਲਾਂ ਜਿਹੜੀਆਂ ਹੈ ਫਿਰ ਪ੍ਰਭੂ ਯਿਸੂ ਜੀ ਨੇ ਵੀ ਪਹਿਲਾਂ ਆਖੀਆਂ ਸੀ। ਜੇ ਅਸੀਂ ਯਹੂਨਾ 17 ਦੀ 11 ਤੇ 12 ਵਿੱਚ ਪੜ੍ਹੀਏ ਤੇ ਉਹ ਆਖਦਾ ਕਿ ਪਿਤਾ ਇਹਨਾਂ ਦੀ ਰਖਵਾਲੀ ਕਰ ਹੈ ਆਪ ਹੀ ਆ। ਪਰ ਜਦੋਂ ਪਵਿੱਤਰ ਪੁਰਖ ਦੇ ਵਿੱਚ ਜਾਂ ਜਿਸਮ ਦੇ ਵਿੱਚ ਇਨਸਾਨ ਇਸ ਪਵਿੱਤਰ ਪੁਰਖ ਦੇ ਜਿਸਮ ਵਿੱਚ ਹੈ, ਹੁਣ ਪੁੱਤਰ ਬਣਿਆ, ਤੇ ਉਹ ਕਹਿੰਦਾ ਇਹ ਪਿਤਾ ਇਹਨਾਂ ਦੀ ਰਖਵਾਲੀ ਕਰ, ਕਿਉਂਕਿ ਮੈਂ ਵੀ ਇਹ ਜਿਹੜੇ ਚੁਣੇ ਹੋਏ ਲੋਕ ਆ ਜਿਹੜੇ ਮੇਰੇ ਸੇਵਕ ਜਿਨ੍ਹਾਂ ਨੇ ਮੈਨੂੰ ਤੇ ਤੈਨੂੰ ਜਾਣਿਆ, ਇਹਨਾਂ ਦੀ ਰਖਵਾਲੀ ਕਰ, ਕਿਉਂ ਜੋ ਤੂੰ ਜਿਹੜਾ ਮੈਨੂੰ ਨਾਮ ਦਿੱਤਾ, ਜਿਹੜਾ ਤੇਰਾ ਆਪਣਾ ਨਾਮ ਸੀ ਤੂੰ ਮੈਨੂੰ ਦਿੱਤਾ, ਮੈਂ ਉਸ ਨਾਮ ਇਹਨਾਂ ਦੀ ਰਖਵਾਲੀ ਕੀਤੀ। ਠੀਕ ਆ? ਇਸ ਲਈ ਪਿਤਾ ਤੇ ਪੁੱਤਰ ਦਾ ਨਾਮ ਵੀ ਇੱਥੇ ਵੀ ਪ੍ਰਭੂ ਯਿਸੂ ਜੀ ਆਖਦੇ ਹਨ। ਫਿਰ ਜੇ ਅਸੀਂ ਪੁਰਾਣੇ ਆਦਨਾਮ ਵਿੱਚ ਚੱਲੀਏ, ਸੁਲੇਮਾਨ ਬਾਦਸ਼ਾਹ ਜਿਸ ਨੂੰ ਪਰਮੇਸ਼ਰ ਨੇ ਰਾਜ ਭਾਗ ਵੀ ਦਿੱਤਾ ਅਤੇ ਸਭ ਤੋਂ ਵੱਧ ਜਿਹੜੀ ਆ ਬੁੱਧ ਉਸ ਨੂੰ ਬਖਸ਼ੀ, ਉਹ ਵੀ ਗਵਾਹੀ ਦਿੰਦਾ ਹੈ। ਕੀ ਗਵਾਹੀ ਦਿੰਦਾ ਹੈ? ਮੈਂ ਜਿਹੜਾ ਹੈ ਉਹ ਇਸ ਗੱਲ ਮੰਨਦਾ ਹੈ ਕਿ ਮੈਂ ਪਵਿੱਤਰ ਪੁਰਖ ਦੇ ਗਿਆਨ ਦੇ ਬਿਨਾਂ ਪਸ਼ੂਆਂ ਵਰਗਾ ਹਾਂ ਅਤੇ ਮੇਰੇ ਵਿੱਚ ਮਨੁੱਖਾਂ ਜਿਹੀ ਮੱਤ ਨਹੀਂ ਪਾਈ ਜਾਂਦੀ ਹੈ। ਆਪਾਂ ਪੜ੍ਹ ਲੈਂਦੇ ਜੀ ਜਨਾਬ, ਪਵਿੱਤਰ ਬਾਈਬਲ ਵਿੱਚ ਇਸ ਤਰੀਕੇ ਨਾਲ ਲਿਖਿਆ। ਮਿਹਰਬਾਨੀ ਇਹ ਹੈਗਾ ਜੀ ਕਹਾਵਤਾਂ ਉਹਦਾ 30 ਚੈਪਟਰ ਵਿੱਚ ਉਹ ਆਖਦਾ ਹੈ, ਸੱਚੀ ਮੁੱਚੀ ਮੈਂ ਹੋਰ ਮਨੁੱਖਾਂ ਨਾਲੋਂ ਪਸ਼ੂ ਬਾਤਾਂ ਅਤੇ ਮੇਰੇ ਵਿੱਚ ਆਦਮੀ ਜਿਹੀ ਮੱਤ ਨਹੀਂ ਹੈ। ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ। ਬੁੱਧ ਕੌਣ ਆ? ਪ੍ਰਭੂ ਯਿਸੂ ਲਿਖਿਆ ਪਹਿਲੇ ਕੁਰਾਂਤੀਆਂ ਦੇ ਪਹਿਲੇ ਚੈਪਟਰ ਕਿ ਪਰਮੇਸ਼ਰ ਜਿਹੜਾ ਯਿਸੂ ਜੀ ਕੀ ਮਸੀਹ ਕੀ ਆ? ਪਰਮੇਸ਼ਰ ਦਾ ਗਿਆਨ ਆ, ਪਰਮੇਸ਼ਰ ਦਾ ਬੁੱਧ ਆ, ਪਰਮੇਸ਼ਰ ਦੀ ਸ਼ਕਤੀ ਹੈ, ਕੁਦਰਤ ਹੈ। ਓਕੇ ਲਿਖਿਆ ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਨੂੰ ਪਵਿੱਤਰ ਪੁਰਖ ਦਾ ਗਿਆਨ ਹੈ। ਠੀਕ ਹੈ ਜੀ? ਆਕਾਸ਼ ਉੱਤੇ ਕੌਣ ਚੜਿਆ ਅਤੇ ਫਿਰ ਹੇਠਾਂ ਉਤਰਿਆ? ਕਿਹਨੇ ਪਾਉਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ? ਕਿਹਨੇ ਪਾਣੀਆਂ ਨੂੰ ਚਾਦਰ ਵਿੱਚ ਬੰਨਿਆ? ਕਿਹਨੇ ਧਰਤੀ ਦੇ ਬੰਨੇ ਠਹਿਰਾਏ? ਉਹਦਾ ਨਾਮ ਕੀ ਹੈ ਤੇ ਉਹਦੇ ਪੁੱਤਰ ਦਾ ਨਾਮ ਵੀ ਕੀ ਹੈ? ਜੇ ਤੂੰ ਜਾਣਦਾ ਹੈ, ਪਰ ਯਾਦ ਰੱਖ ਪਰਮੇਸ਼ਰ ਦਾ ਹਰੇਕ ਵਚਨ ਤਾਇਆ ਹੋਇਆ ਹੈ। ਜਿਹੜੇ ਉਹਦੀ ਸ਼ਰਨ ਵਿੱਚ ਆਉਂਦੇ ਹਨ ਉਹ ਉਹਨਾਂ ਦੀ ਢਾਲ ਹੈ। ਤੂੰ ਉਹਦੇ ਬਚਨਾਂ ਵਿੱਚ ਨਾ ਕੁਝ ਘਟਾ ਤੇ ਨਾ ਵਧਾ। ਠੀਕ ਆ? ਕਿਤੇ ਐ ਨਾ ਹੋਵੇ ਭਈ ਉਹ ਤੈਨੂੰ ਤਾੜੇ ਅਤੇ ਤੂੰ ਝੂਠਾ ਨਿਕਲੇ। ਇਸ ਲਈ ਮਿਹਰਬਾਨੀ ਕਰਕੇ ਸਾਨੂੰ ਜਿਵੇਂ ਪਤਰਸ ਵੀ ਆਖਦਾ ਹੈ ਕਿ ਪਹਿਲੇ ਨਵੀਆਂ ਵਿੱਚ ਕੀ ਸੀ? ਮਸੀਹ ਦਾ ਆਤਮਾ ਸੀ, ਜਿਨ੍ਹਾਂ ਨੇ ਇਹ ਗਮਬਾਜ਼ ਦੇ ਮੁਕਤੀ ਦੇ ਵਿਖੇ ਗਮਬਾਜ਼ ਕੀਤੇ ਸੀ ਤੇ ਉਹਨਾਂ ਵਿੱਚ ਮਸੀਹ ਦਾ ਆਤਮਾ ਸੀ। ਤੇ ਉਹ ਮਸੀਹ ਦਾ ਜਿਹੜਾ ਆਤਮਾ ਅੱਗੋਂ ਹੀ ਸਾਖੀ ਦਿੰਦਾ ਸੀ ਕਾਹਦੇ ਬਾਰੇ? ਮਸੀਹ ਦੇ ਦੁੱਖਾਂ ਅਤੇ ਉਸ ਤੋਂ ਬਾਅਦ ਦੀ ਉਹਦੀ ਮਹਿਮਾ ਦੇ ਬਾਰੇ ਅੱਗੋਂ ਹੀ ਸਾਖੀ ਦਿੰਦਾ ਸੀ। ਇਸ ਲਈ ਆਓ ਯਾਦ ਰੱਖੀਏ ਕਿ ਪਰਮੇਸ਼ਰ ਜਿਵੇਂ ਫਿਰ ਪੌਲ ਰਸੂਲ ਕਹਿੰਦਾ ਹੈ ਕਿ ਅਸੀਂ ਤਾਂ ਜਿਉਂਦੇ ਅਕਾਲ ਪੁਰਖ ਲਿਖਿਆ ਹੈ, ਅਸੀਂ ਅਕਾਲ ਪੁਰਖ ਦਾ ਮਤਲਬ ਅਸੀਂ ਜਿਉਂਦੇ ਪਰਮੇਸ਼ਰ ਦੀ ਹੈਕਲ ਹਾਂ। ਅਸੀਂ ਤਾਂ ਜਿਉਂਦੇ ਪਰਮੇਸ਼ਰ ਦੀ ਮੰਦਰ ਹਾਂ, ਹੈਕਲ ਹਾਂ, ਘਰ ਹਾਂ ਉਹਦਾ। ਠੀਕ ਆ? ਜਿਵੇਂ ਪਰਮੇਸ਼ਰ ਨੇ ਆਖਿਆ ਕਿ ਮੈਂ ਉਹਨਾਂ ਵਿੱਚ ਆਵਾਂਗਾ, ਉਹਨਾਂ ਦੇ ਕੋਲ ਆਵਾਂਗਾ। ਠੀਕ ਆ? ਉਹਨਾਂ ਦੇ ਵਿੱਚ ਵਾਸ ਕਰਾਂਗਾ। ਅੱਗੇ ਇਹ ਜਿਹੜਾ ਹੈ
ਸ਼ਬਦ ਪਰਮੇਸ਼ਰ ਯਹੋਵਾ ਦਾ ਹੈ। ਲਿਖਿਆ ਅੱਗੇ ਲਿਖਿਆ ਹੈ ਕਿ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ, ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ। ਪਰ ਕਦੋਂ? ਤੁਸੀਂ ਕਿਸੇ ਭ੍ਰਿਸ਼ਟ, ਤੁਸੀਂ ਕੀ ਕਰੋ? ਬੇਪਰਤੀਤਿਆਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ। ਠੀਕ ਹੈ ਜੀ। ਕਿਸੇ ਭ੍ਰਿਸ਼ਟ ਚੀਜ਼ ਨੂੰ ਹੱਥ ਨਾ ਲਾਓ, ਭ੍ਰਿਸ਼ਟ ਚੀਜ਼ ਨੂੰ ਹੱਥ ਨਾ। ਨਵੇਂ ਵਿੱਚ ਵੀ ਕਈ ਤਾਂ ਪੁਰਾਣੇ ਨੂੰ ਕਿਹਾ ਜੀ ਪੁਰਾਣਾ ਖਤਮ ਹੋ ਗਿਆ, ਇਸ ਲਈ ਜੋ ਮਰਜ਼ੀ ਖਾਓ, ਸੂਰ ਖਾਓ, ਜੋ ਮਰਜ਼ੀ ਖਾਓ, ਜੋ ਹੱਥੋਂ ਦਾ ਖਾ ਲਓ, ਜੋ ਵਿਕਦਾ ਕਸਾਈ ਨੇ ਦੁਕਾਨਾਂ 'ਚ ਖਾ ਲਓ, ਕੋਈ ਫਰਕ ਨਹੀਂ। ਪਰ ਯਾਦ ਰੱਖੋ, ਪ੍ਰਭੂ ਯਿਸੂ ਜੀ ਨੇ ਪਹਿਲੋਂ ਹੀ ਨਾ, ਉਦੋਂ ਯਿਸੂ ਜੀ ਨਹੀਂ ਸਨ, ਮਾਫ ਕਰਨਾ ਜੀ, ਉਦੋਂ ਯਹੋਵਾ ਪਰਮੇਸ਼ਰ, ਸੈਨਾ ਦਾ ਯਹੋਵਾ ਪ੍ਰਭੂ, ਠੀਕ ਹੈ ਜੀ, ਸੀ, ਮਸੀਹ ਸੀ। ਈਵਨ ਲਿਖਿਆ ਜੇ ਡੈਨੀਅਲ ਪੜ੍ਹ ਗਏ, ਡੈਨੀਅਲ 9:26 ਪੜ੍ਹਿਓ ਤੇ ਲਿਖਿਆ ਮਸੀਹ ਵੱਢਿਆ ਗਿਆ, ਮਸੀਹ ਮਾਰਿਆ ਗਿਆ, ਆਪਣੇ ਲਈ ਨਹੀਂ, ਤੁਹਾਡੇ ਤੇ ਮੇਰੇ ਲਈ। ਠੀਕ ਹੈ। ਸੋ ਮਸੀਹ ਪਹਿਲੋਂ ਤੋਂ ਹੀ ਹੈ, ਪਿਤਾ ਪਹਿਲੋਂ ਤੋਂ ਹੀ ਹੈ, ਮਸੀਹ ਹੀ ਸਾਡਾ ਪਿਤਾ ਸੀ। ਓਕੇ, ਯਹੋਵਾ ਹੀ ਸਾਡਾ ਪਿਤਾ ਹੈ, ਯਹੋਵਾ ਪਹਿਲੋਂ ਤੋਂ ਹੈ। ਓਕੇ, ਸੈਨਾ ਦਾ ਯਹੋਵਾ ਪਹਿਲੋਂ ਹੈ। ਜੇ ਅਸੀਂ ਮਲਾਕੀ 3:1 ਪੜ੍ਹੀਏ ਤੇ ਲਿਖਿਆ ਹੈ ਕਿ ਮੈਂ ਆਪਣੇ ਦੂਤ ਨੂੰ ਘੱਲਦਾ, ਉਹ ਮੇਰੇ ਅੱਗੇ ਰਾਹ ਤਿਆਰ ਕਰੇਗਾ। ਓਕੇ, ਤੇ ਫਿਰ ਕੀ ਹੈ? ਮੈਂ ਸ਼ੀਗਰ, ਜਾਂ ਇੱਦਾਂ ਕਹਿ ਲਓ ਨੇਮ ਦਾ ਦੂਤ। ਓਕੇ, ਪ੍ਰਭੂ ਸ਼ੀਗਰ ਆ ਜਾਵੇਗਾ। ਠੀਕ ਹੈ ਜੀ। ਕੌਣ ਮੇਰੇ ਅੱਗੇ ਰਾਹ ਤਿਆਰ ਕਰੇਗਾ? ਮੇਰਾ ਦੂਤ ਜਿਹੜਾ ਯਹੂਨਾ ਨਬੀ ਨੂੰ ਮੈਂ ਘੱਲਿਆ, ਮੇਰਾ ਰਾਹ ਤਿਆਰ ਕਰੇਗਾ ਤੇ ਮੈਂ ਆ ਜਾਵਾਂਗਾ। ਇਹ ਸ਼ਬਦ ਸੈਨਾ ਦੇ ਯਹੋਵਾ ਪਰਮੇਸ਼ਰ ਦਾ ਹੈ, ਜਿਹੜੇ ਕਿ ਫਿਰ ਉਹਨੇ ਪਹਿਲੇ ਯਹੂਨਾ ਉਹਦੀ 6 ਤੋਂ ਜੇ ਪਰ ਸ਼ੁਰੂ ਕਰੀਏ, ਪਹਿਲਾ ਯਹੂਨਾ ਦੀ ਅੰਜੀਲ ਪਹਿਲਾ ਚੈਪਟਰ ਉਹਦੀ 6 ਤੋਂ ਪੜ੍ਹੀਏ, ਲਿਖਿਆ ਹੈ ਪਰਮੇਸ਼ਰ ਨੇ ਇੱਕ ਜਿਹੜਾ ਹੈ ਮਨੁੱਖ ਜਿਹੜਾ ਨਾਮ ਯਹੂਨਾ ਹੈ, ਉਸ ਨੂੰ ਭੇਜਿਆ ਭਈ ਉਹ ਚਾਨਣ ਉੱਤੇ ਸਾਖੀ ਦੇ, ਨੂਰ ਉੱਤੇ ਸਾਖੀ ਦੇਵੇ। ਉਹ ਆਪ ਦਾ ਚਾਨਣ ਨਹੀਂ ਸੀ, ਪਰ ਚਾਨਣ ਉੱਤੇ ਸਾਖੀ ਦੇਣ ਆਇਆ, ਕਿਉਂਕਿ ਜਗਤ ਦਾ ਚਾਨਣ ਦੁਨੀਆ ਵਿੱਚ ਆਉਣ ਵਾਲਾ ਸੀ, ਜਗਤ ਦਾ ਨੂਰ ਦੁਨੀਆ ਵਿੱਚ ਆਉਣ ਵਾਲਾ ਸੀ। ਉਹ ਜਗਤ ਵਿੱਚ ਸੀ, ਜਗਤ ਉਸ ਤੋਂ ਰਚਿਆ ਗਿਆ, ਉਸ ਨੂਰ ਤੋਂ, ਮਸੀਹ ਪ੍ਰਭੂ ਤੋਂ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਾ ਪਛਾਣਿਆ। ਉਹ ਆਪਣੇ ਘਰ ਆਇਆ ਤੇ ਉਹਦੇ ਜਿਹੜੇ ਆਪਣੇ ਸੀ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ। ਠੀਕ ਹੈ ਜੀ। ਪਰ ਜਿਨ੍ਹਾਂ ਨੇ ਕਬੂਲ ਕੀਤਾ, ਇਹ ਜੇ ਤੁਸੀਂ ਪੜ੍ਹਨਾ ਹੈ ਮਿਹਰਬਾਨੀ ਕਰਕੇ ਯਹੂਨਾ ਦੀ ਅੰਜੀਲ ਪਹਿਲਾ ਚੈਪਟਰ ਜਿਹੜਾ ਹੈ ਉਸ ਤੋਂ ਪੜ੍ਹੋ। ਇਹ ਤੁਹਾਡੇ ਲਈ, ਮੇਰੇ ਲਈ, ਸਭਨਾਂ ਲਈ ਹੀ ਵਚਨ ਲਿਖਿਆ ਗਿਆ ਹੈ। ਇਸ ਲਈ ਲਿਖਿਆ ਹੈ ਕਿ ਉਹ ਜਿਹੜਾ ਸਾਖੀ ਚਾਨਣ ਉੱਤੇ ਸਾਖੀ ਦੇਣ ਆਇਆ, ਕਿਉਂ? ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ, ਜਗਤ ਵਿੱਚ ਆਉਣ ਵਾਲਾ ਸੀ। ਉਹ ਜਗਤ ਵਿੱਚ ਸੀ ਅਤੇ ਜਗਤ ਉਸ ਸੱਚੇ ਚਾਨਣ ਤੋਂ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਾ ਪਛਾਣਿਆ। ਉਹ ਆਪਣੇ ਘਰ ਆਇਆ, ਈਵਨ ਇੱਥੋਂ ਤੱਕ ਉਹ ਆਪਣੇ ਘਰ ਆਇਆ ਅਤੇ ਜਿਹੜੇ ਉਹਦੇ ਆਪਣੇ ਸਨ ਉਹਨਾਂ ਨੇ ਵੀ ਉਸ ਨੂੰ ਕਬੂਲ ਨਾ ਕੀਤਾ। ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਉਸ ਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਬਖਸ਼ਿਆ, ਅਰਥਾਤ ਜਿਨ੍ਹਾਂ ਨੇ ਉਹਦੇ ਨਾਮ ਉੱਤੇ ਨਿਚਾ ਕੀਤੀ। ਕੀ ਹੈ ਜੀ? ਉਹਦਾ ਨਾਮ ਯਿਸੂ ਹੈ। ਸਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ, ਸਾਡੇ ਲਈ ਇੱਕ ਬਾਲਕ ਜੰਮਿਆ, ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਉਹ ਮੁਕਤੀਦਾਤਾ ਭਾਈ, ਉਹ ਮਸੀਹ ਪ੍ਰਭੂ ਹੈ, ਉਹਦਾ ਨਾਮ ਯਿਸੂ ਰੱਖਿਆ ਗਿਆ। ਲਿਖਿਆ ਹੈ ਉਹਨੇ ਜਿਨ੍ਹਾਂ ਨੇ ਉਹਦੇ ਨਾਮ ਉੱਤੇ ਨਿਚਾ, ਉਹਨੂੰ ਕਬੂਲ ਕੀਤਾ, ਉਸ ਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਬਖਸ਼ਿਆ। ਜਿਨ੍ਹਾਂ ਨੇ ਉਹਦੇ ਨਾਮ ਉੱਤੇ ਨਿਚਾ ਕੀਤੀ, ਉਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ, ਨਾ ਪੁਰਖ ਦੀ ਇੱਛਾ ਤੋਂ, ਪਰ ਪਰਮੇਸ਼ਰ ਤੋਂ ਪੈਦਾ ਹੋਏ। ਠੀਕ ਹੈ ਜੀ। ਅੱਗੇ ਲਿਖਿਆ ਉਹ ਸ਼ਬਦ ਦੇ ਧਾਰੀ ਹੋਇਆ। ਉਹ ਜਿਹੜਾ ਸ਼ਬਦ ਵੀ ਸੀ ਉਹ ਹੀ ਪਰਮੇਸ਼ਰ ਸੀ। ਸ਼ਬਦ ਜਿਹੜਾ ਸੀ ਉਹ ਹੀ ਜਿਹੜਾ ਪਰਮੇਸ਼ਰ, ਉਹ ਆਪ ਹੀ ਕੀ ਹੈ? ਪਰਮੇਸ਼ਰ ਸੀ। ਇਸ ਲਈ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਪਰਮੇਸ਼ਰ ਕੌਣ ਹੈ, ਸਾਡਾ ਪਰਮੇਸ਼ਰ ਕੌਣ ਹੈ ਤੇ ਸਾਡੇ ਵੱਡਿਆਂ ਦਾ ਪਰਮੇਸ਼ਰ ਕੌਣ ਹੈ। ਇਸ ਲਈ ਮਿਹਰਬਾਨੀ ਕਰਕੇ, ਜਿਵੇਂ ਪੌਲ ਰਸੂਲ ਨੂੰ ਹਨਨਿਆ ਪਰਮੇਸ਼ਰ ਯਿਸੂ ਜੀ ਦੇ ਭਗਤ ਨੇ
ਇਸ ਗੱਲ ਨੂੰ ਦੱਸਿਆ, ਸੁਣਾਇਆ ਤੇ ਵਾਰ-ਵਾਰ ਪਰਮੇਸ਼ਰ ਖੁਦ ਵੀ ਕਹਿੰਦਾ ਹੈ, ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ਰ ਨਹੀਂ ਸਾਜਿਆ ਗਿਆ, ਨਾ ਮੇਰੇ ਤੋਂ ਬਾਅਦ ਹੋਏਗਾ। ਮੈਂ ਹਾਂ, ਮੈਂ ਹੀ ਜੋ ਹਾਂ, ਮੇਰੇ ਬਿਨਾਂ ਕੋਈ ਮੁਕਤੀ ਦਾਤਾ ਨਹੀਂ। ਫਿਰ ਇਹੋ ਹੀ ਗੱਲ ਜੇ ਅਸੀਂ ਯਸ਼ਾਇਆ 45 ਦੀ 21 ਤੋਂ ਜਿਹੜਾ ਹੈ ਆਪਾਂ 25 ਤੱਕ ਪੜ੍ਹੀਏ, ਇਹੋ ਹੀ ਗੱਲ ਲਿਖੀ ਹੋਈ ਹੈ। ਸੋ ਇਸ ਲਈ ਮਿਹਰਬਾਨੀ ਕਰਕੇ ਇਹਨਾਂ ਸ਼ਬਦਾਂ ਨੂੰ ਯਾਦ ਰੱਖੋ। ਓਕੇ, ਪ੍ਰਭੂ ਯਿਸੂ ਦੇ ਸ਼ਬਦ ਹੈ, ਉਹ ਕਹਿ ਰਹੇ ਨੇ, ਪ੍ਰਭੂ ਯਿਸੂ ਜੀ ਜੇ ਅਸੀਂ 21 ਤੋਂ ਪੜ੍ਹੀਏ ਉੱਥੇ ਫਿਰ ਉਹ ਕਹਿ ਰਹੇ ਨੇ, ਕਹਿੰਦੇ ਨੇ ਯਹੋਵਾ ਜੀ ਆਖਦੇ ਨੇ ਕਿ ਭਲਾ, ਓਕੇ, ਉਹ ਕਹਿੰਦੇ ਨੇ ਜੋ ਕੁਝ ਬਣਾਇਆ ਭਲਾ ਮੈਂ ਯਹੋਵਾ ਨੇ ਨਹੀਂ ਬਣਾਇਆ, ਮੈਥੋਂ ਬਿਨਾਂ ਹੋਰ ਕੋਈ ਪਰਮੇਸ਼ਰ ਨਹੀਂ। ਮਿਹਰਬਾਨੀ ਕਰਕੇ ਇਹੋ ਯਸ਼ਾਇਆ 45 ਦੀ 21 ਤੋਂ ਮੈਂ ਪੜ੍ਹ ਰਿਹਾ ਜੀ। ਮੈਥੋਂ ਬਿਨਾਂ ਹੋਰ ਕੋਈ ਪਰਮੇਸ਼ਰ ਨਹੀਂ, ਧਰਮੀ ਪਰਮੇਸ਼ਰ ਅਤੇ ਮੁਕਤੀਦਾਤਾ ਮੈਥੋਂ ਛੁੱਟ ਕੋਈ ਹੋਰ ਹੈ ਹੀ ਨਹੀਂ। ਹੇ ਇਸਰਾਇਲ ਦੇ ਕੰਢਿਆਂ ਦੇ ਲੋਕ, ਹੇ ਧਰਤੀ ਦੇ ਕੰਢਿਆਂ ਦੇ ਲੋਕ, ਮੀਨ ਸਾਰੇ ਜ਼ਮੀਨ ਦੇ ਲੋਗੋ, ਮੇਰੀ ਵੱਲ ਨੂੰ ਮੂੰਹ ਕਰੋ ਤੇ ਵੱਜ ਜਾਓ। ਮੈਂ ਪਰਮੇਸ਼ਰ ਜੋ ਹਾਂ ਅਤੇ ਹੋਰ ਨਹੀਂ। ਮੈਂ ਆਪਣੀ ਸਹੁੰ ਖਾਧੀ, ਮੇਰੇ ਮੂੰਹ ਚੋਂ ਧਰਮ ਦਾ ਬਚਨ ਨਿਕਲਿਆ, ਉਹ ਮੁੜੇਗਾ ਨਹੀਂ। ਹਰ ਗੋਡਾ ਮੇਰੇ ਅੱਗੇ ਨਿਵੇਗਾ ਅਤੇ ਹਰ ਜਵਾਨ ਇਕਰਾਰ ਕਰੇਗੀ ਕਿ ਮਸੀਹ ਪ੍ਰਭੂ ਪਰਮੇਸ਼ਰ ਦੀ ਵਡਿਆਈ ਲਈ ਮੰਨ ਲੈ, ਮਸੀਹ ਪ੍ਰਭੂ ਦੇ ਲਈ, ਪਰਮੇਸ਼ਰ ਪਿਤਾ ਦੇ ਲਈ ਮੰਨ ਲੈ ਕਿ ਮਸੀਹ ਪ੍ਰਭੂ, ਮਸੀਹ ਯਿਸੂ ਹੀ ਪ੍ਰਭੂ ਯਹੋਵਾ ਹੈ। ਇਸ ਲਈ 45 ਚ ਲਿਖਿਆ। ਤੇ ਫਿਰ ਇਹੋ ਹੀ ਗੱਲ ਜੇ ਅਸੀਂ ਇਹ ਪ੍ਰਕਾਸ਼ ਦੀ ਉਹਦੇ ਮਤਲਬ ਲਿਖਿਆ ਯਸ਼ਾਇਆ ਵਿੱਚ, ਇਹੋ ਹੀ ਗੱਲ ਜਾ ਕੇ ਅਸੀਂ ਜੇ ਇਹ ਫਿਲਪੀਆਂ 2 ਚੈਪਟਰ ਉਹਦੀ 5 ਤੋਂ 11 ਪੜ੍ਹੀਏ ਤਾਂ ਇਹੋ ਹੀ ਫਿਰ ਬਚਨ ਪ੍ਰਭੂ ਯਿਸੂ ਦੇ ਬਾਰੇ ਪੌਲ ਰਸੂਲ ਜਿਸ ਨੇ ਜਾਣ ਲਿਆ ਕਿ ਪੌਲ ਰਸੂਲ ਦਾ ਜਾਂ ਸਾਡਾ ਤੇ ਸਾਡੇ ਵੱਡਿਆਂ ਦਾ ਪਰਮੇਸ਼ਰ ਯਿਸੂ ਮਸੀਹ ਹੈ। ਇਸ ਲਈ ਪੌਲ ਵਾਰ-ਵਾਰ ਇਹ ਗੱਲਾਂ ਆਖਦਾ ਹੈ ਕਿ ਜਿਵੇਂ ਅਫਸੀਆਂ ਵਿੱਚ ਮੈਂ ਪਹਿਲਾਂ ਵੀ ਦੱਸਿਆ 20 ਵਿੱਚ ਲਿਖਦਾ ਕਿ ਤੁਸੀਂ ਸਭਨਾਂ ਗੱਲਾਂ ਲਈ ਪਰਮੇਸ਼ਰ ਪਿਤਾ ਦਾ ਸਦਾ ਧੰਨਵਾਦ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਕਰੋ। ਫਿਰ ਅੱਗੇ ਲਿਖਦਾ ਹੈ ਕੁਲਸੀਆਂ ਵਿੱਚ ਕਿ ਸਾਰੀ ਭਰਪੂਰੀ, ਕੁਲਸੀਆਂ 2 ਦੀ 8 ਤੋਂ 10, ਸਾਰੀ ਭਰਪੂਰੀ ਜਿਹੜੀ ਆ ਉਹ ਮਸੀਹ ਵਿੱਚ ਦੇਹਧਾਰੀ ਹੋ ਕੇ ਬਸਦੀ ਹੈ। ਮੀਨ ਪਿਤਾ, ਪੁੱਤਰ, ਪਵਿੱਤਰ ਆਤਮਾ, ਜੋ ਕੁਛ ਵੀ ਸ਼ਕਤੀ ਹੈ ਸਭ ਮਸੀਹ ਦੇ ਵਿੱਚ ਦੇਹਧਾਰੀ। ਤੇ ਉਸ ਦੇਹ ਦਾ ਨਾਮ ਕੀ ਹੈ? ਯਿਸੂ ਹੈ। ਯਾਨੀ ਕਿ ਪਿਤਾ ਤੇ ਪੁੱਤਰ ਤੇ ਪਵਿੱਤਰ ਆਤਮਾ ਦਾ ਨਾਮ ਯਿਸੂ ਹੈ। ਸ਼ਾਂਤੀ ਦੇ ਰਾਜਕੁਮਾਰ ਦਾ ਨਾਮ ਯਿਸੂ ਹੈ। ਮੁਕਤੀਦਾਤਾ ਦਾ ਨਾਮ ਕੀ ਹੈ? ਯਿਸੂ ਹੈ। ਯਹੋਵਾ ਦਾ ਨਾਮ ਕੀ ਹੈ? ਯਿਸੂ ਹੈ। ਪਹਿਲਾਂ ਯਹੋਵਾ, ਅੱਜ ਯਿਸੂ ਨਾਮ ਵਿੱਚ ਅਸੀਂ ਪੁਕਾਰਦੇ ਹਾਂ। ਇਸ ਲਈ ਪੌਲ ਰਸੂਲ ਦਾ ਪੁਰਾਣਾ ਜੀਵਨ ਜੇ ਦੇਖਦੇ ਹਾਂ ਤੇ ਉਹ ਮਸੀਹ ਦੇ ਨਾਮ ਦੇ ਵਿਰੋਧੀ, ਮਸੀਹ ਦਾ ਨਾਮ ਲੈਣ ਵਾਲਿਆਂ ਦੇ ਵਿਰੋਧੀ, ਪਰ ਉਹ ਆਪਣੇ ਧਰਮ ਵਿੱਚ ਅਣਖੀ ਹੋਇਆ ਉਹਦਾ ਵਿਰੋਧੀ ਬਣਿਆ। ਤੇ ਜਦੋਂ ਪਰਮੇਸ਼ਰ ਜੀ ਨੇ ਉਸ ਉੱਤੇ ਆਪਣੇ ਆਪ ਨੂੰ ਪ੍ਰਗਟ ਕੀਤਾ ਤਾਂ ਉਸ ਨੇ ਜਾਣਿਆ ਕਿ ਪ੍ਰਭੂ ਯਿਸੂ ਹੀ ਸਾਡੇ, ਪਹਿਲੋਂ ਯਿਸੂ ਨਹੀਂ ਸੀ, ਪਹਿਲੋਂ ਯਹੋਵਾ ਸੀ, ਸੈਨਾ ਦਾ ਯਹੋਵਾ ਸੀ। ਉਸ ਨੇ ਸਾਨੂੰ ਬਣਾਇਆ। ਜਿਵੇਂ ਮੂਸਾ ਲਿਖਦਾ ਹੈ ਕਿ ਹੇ ਮੂੜ ਅਤੇ ਮਤਹੀਨ ਪ੍ਰਜਾ ਕੀ ਯਹੋਵਾ ਤੁਹਾਡਾ ਪਿਤਾ ਨਹੀਂ, ਜਿਸ ਨੇ ਤੁਹਾਨੂੰ ਬਣਾਇਆ, ਜਿਸ ਨੇ ਤੁਹਾਨੂੰ ਕਾਇਮ ਕੀਤਾ, ਓਕੇ, ਜਿਸ ਨੇ ਤੁਹਾਨੂੰ ਆਪਣੇ ਖੂਨ ਨਾਲ ਮੁੱਲ ਖਰੀਦ ਲਿਆ। ਸੋ ਇਸ ਲਈ ਅੱਜ ਅਸੀਂ ਜਾਣ ਗਏ ਹਾਂ ਕਿ ਸਾਡਾ ਪਰਮੇਸ਼ਰ, ਸਾਡਾ ਤੇ ਸਾਡੇ ਵੱਡਿਆਂ ਦਾ ਪਰਮੇਸ਼ਰ ਮਸੀਹ ਯਿਸੂ ਹੈ, ਜਿਸ ਨੂੰ ਪਹਿਲਾਂ ਅਸੀਂ ਯਹੋਵਾ ਦੇ ਨਾਮ ਵਿੱਚ ਪੁਕਾਰਦੇ ਸੀ, ਜਿਸ ਨੇ ਇਹ ਪਹਿਲਾਂ ਆਖਿਆ ਸੀ ਜੋ ਮੈਂ ਹੂੰ ਸੋ ਮੈਂ ਹੂੰ। ਇਹ ਫਿਰ ਅਸੀਂ ਹੋਰ ਅੱਗੇ ਜਾ ਕੇ ਪੜ੍ਹੀਏ ਤਾਂ ਲਿਖਿਆ ਹੈ ਕਿ ਇਹ ਮੇਰਾ ਯਾਦਗਾਰੀ ਨਾਮ ਹੈ। ਇਹ ਯਾਦ ਕਰਨ ਦਾ ਨਾਮ ਸੀ। ਜਿਵੇਂ ਬਹੁਤ ਵਾਰੀ ਅਸੀਂ ਜਿੱਥੇ ਵੀ ਕੁਰਬਾਨੀ ਚੜਾਉਂਦੇ ਸੀ ਉੱਥੇ ਹੀ ਪੁਰਾਣੇ ਸਮਿਆਂ ਵਿੱਚ ਤਾਂ ਉਸ ਜਗ੍ਹਾ ਦੇ ਨਾਮ ਨੂੰ ਅਸੀਂ ਕੋਈ ਯਹੋਵਾ, ਸੈਨਾ ਦਾ ਯਹੋਵਾ, ਉੱਥੇ ਯਹੋਵਾ ਯਰੀ, ਯਹੋਵਾ ਸਲੋਮ, ਯਹੋਵਾ ਨਿਸ਼ੀ ਆਖਦੇ ਸਨ। ਪਰ ਉਸ ਦਾ ਨਾਮ ਜਦੋਂ ਦੇਹ ਵਿੱਚ ਦੇਹ ਧਾਰੀ ਹੋ ਗਿਆ, ਹੋਈ
ਪਰਮੇਸ਼ਰ ਯਹੋਵਾ ਜੀ, ਸੈਨਾ ਦਾ ਯਹੋਵਾ, ਤਾਂ ਉਸ ਦਾ ਨਾਮ ਯਿਸੂ ਰੱਖਿਆ ਗਿਆ। ਸੋ ਅੱਜ ਅਸੀਂ ਜਾਣ ਗਏ ਹਾਂ ਕਿ ਜੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਮਰ ਗਏ ਹਾਂ ਤਾਂ ਹੁਣ ਪ੍ਰਭੂ ਯਿਸੂ ਸਾਡੇ ਅੰਦਰ ਹੈ, ਉਹ ਹੀ ਜਿੰਦਾ, ਅਸੀਂ ਮਰ ਚੁੱਕੇ ਹਾਂ। ਕਿਉਂਕਿ ਇਸ ਲਈ ਆਪਣੀ ਪਰਖ ਕਰੋ। ਫਿਰ ਲਿਖਦਾ ਹੈ ਆਪਣਾ ਪੌਲ ਰਸੂਲ ਕਿ ਤੁਸੀਂ ਆਪਣੀ ਪਰਖ ਕਰੋ, ਜਿਵੇਂ ਦੂਸਰਾ ਕੁਰਿੰਥੀਆਂ 13:5 ਵਿੱਚ ਲਿਖਿਆ ਕਿ ਆਪਣਾ ਪਰਖ ਕਰੋ ਕਿ ਤੁਸੀਂ ਨੇਚਾ ਵਿੱਚ ਹੋ ਜਾਂ ਨਹੀਂ, ਕਿ ਤੁਸੀਂ ਆਪਣੇ ਆਪ ਨੂੰ ਆਪਣਾ ਪਰਤਾਵਾ ਕਰੋ, ਕਿ ਤੁਸੀਂ ਨਹੀਂ ਜਾਣਦੇ ਕਿ ਮਸੀਹ ਯਿਸੂ ਤੁਹਾਡੇ ਅੰਦਰ ਹੈ। ਸੋ ਸਾਡੇ ਅੰਦਰ ਰਹਿਣ ਵਾਲਾ ਪਵਿੱਤਰ ਆਤਮਾ ਅਤੇ ਸਾਨੂੰ ਬਣਾਉਣ ਵਾਲਾ ਪਿਤਾ ਪਰਮੇਸ਼ਰ ਅਤੇ ਸਾਨੂੰ ਸੰਭਾਲਣ ਵਾਲਾ ਇੱਕ ਹੀ ਪਰਮੇਸ਼ਰ, ਜਿਸ ਦਾ ਨਾਮ ਯਿਸੂ ਹੈ। ਆਮੀਨ, ਆਮੀਨ।